ਸਰਬਲੋ ਇੱਕ ਪੋਥੀ ਹੈ ਜਿਹੜੀ ਪੰਥ ਦੇ ਵਿੱਚ ਕੋਈ ਪ੍ਰਮਾਣਤਾ ਨਹੀਂ, ਸਿਰਫ ਨਿਹੰਗੋ ਨੂੰ ਮਾਨਤਾ ਦਿੰਦੇ ਨੇ ਜਾਂ ਕੁਝ ਡੇਰੇਦਾਰ ਮਾਨਤਾ ਦਿੰਦੇ ਨੇ। ਸਿੱਖ ਕੌਮ ਦੇ ਵਿੱਚ ਮੈਂ ਦਾਅਵੇ ਨਾਲ ਕਹਿ ਸਕਦਾ, ਦਾਅਵੇ ਨਾਲ ਕਹਿ ਰਿਹਾ, ਮੈਂ ਦਾਅਵਾ ਲਫ਼ਜ਼ ਵਰਤ ਰਿਹਾ, 99.99% ਲੋਕਾਂ ਨੇ ਉਹਦੀ ਸ਼ਕਲ ਵੀ ਨਹੀਂ ਵੇਖੀ ਹੋਣੀ ਅਜੇ ਤੱਕ। 99.99% ਸਿੱਖਾਂ ਨੇ ਉਹ ਸਰਬਲੋਕ ਗ੍ਰੰਥ ਦੀ ਸ਼ਕਲ ਵੀ ਨਹੀਂ ਵੇਖੀ ਹੋਣੀ। ਉਹਦੀ ਮਹੱਤਤਾ ਕੀ ਫਿਰ? ਹੁਣ ਉਹਦਾ ਗੱਲ ਬਣਾ ਕੇ ਕਿ ਸਰਬਲੋਕ ਗ੍ਰੰਥ ਦੀ ਬੇਅਦਬੀ ਕੀਤੀ। ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕਰਦਾ ਹੈ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਤੋਂ ਬਾਹਰ ਜਾ ਰਿਹਾ। ਇਹ ਫੈਸਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੈ ਕਿ ਮੇਰੇ ਬਾਅਦ ਗੁਰੂ ਜਿਹੜਾ ਤੁਹਾਡਾ ਗੁਰੂ ਗ੍ਰੰਥ ਸਾਹਿਬ ਹੋਏਗਾ, ਤੇ ਉਹਦੇ ਬਰਾਬਰ ਕਿਸੇ ਦਾ ਪ੍ਰਕਾਸ਼ ਕਰਨਾ ਸਾਕੇ ਨੂੰ ਵਰਤ ਕੇ ਜਿਹੜਾ ਹੁਣ ਹੋਇਆ ਦਸਮ ਆਪਣਾ ਸਰਬਲੋਕ ਗ੍ਰੰਥ ਨੂੰ ਮਾਨਤਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਉਸ ਤੋਂ ਵੱਡਾ ਅਪਮਾਨ ਹੈ। ਇਹ ਨਹੀਂ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਬਿਲਕੁਲ ਨਹੀਂ ਹੋਣਾ ਚਾਹੀਦਾ। ਔਰ ਇਹ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰ ਰਹੇ ਨੇ। ਉਸ ਲੁਕਣ ਦੀ ਕੋਸ਼ਿਸ਼ ਦੇ ਵਿੱਚ ਹੋਰ ਕਿਤਾਬਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਕਹੀ ਜਾਂਦੇ। ਕੀ ਅਮਨ ਸਿੰਘ ਕਿਸਾਨ ਜਥੇਬੰਦੀਆਂ ਦਾ ਨੁਮਾਇੰਦਾ ਹੈ? ਉਹਨਾਂ ਕੋਲੋਂ ਕੋਈ ਪਰਮਿਸ਼ਨ ਲੈ ਕੇ ਗਿਆ? ਉਹਨਾਂ ਦਾ ਲੀਡਰ ਹੈ ਕਿ ਇਹ ਜੋ ਫੈਸਲਾ ਕਰ ਆਏਗਾ ਠੀਕ ਹੈ, ਇਹ ਜਾ ਕੇ ਉੱਥੇ ਫੈਸਲਾ ਕਰ ਆਵੇ ਵੀ ਅਸੀਂ ਵਾਪਸ ਜਾਂਦੇ ਹਾਂ? ਕੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦਾ ਨੁਮਾਇੰਦਾ ਹੈ? ਕੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨੂੰ ਇਹ ਪਾਵਰ ਦਿੱਤੀ ਵੀ ਤੂੰ ਜਾ ਕੇ ਗੱਲ ਕਰ ਰਿਹਾ? ਉਹ ਕਹਿਣਗੇ ਤੇ ਆਪਾਂ ਆਪਣਾ ਸੌਦਾ ਬਣ ਗਿਆ ਤੇ ਉੱਠ ਜਾਾਂਗੇ। ਫਿਰ ਜਿਹੜੀ ਉਹ ਆਪਣੀ ਔਕਾਤ ਦੱਸ ਰਿਹਾ ਕਿ ਮੈਨੂੰ 10 ਲੱਖ ਰੁਪਇਆ ਦਿੱਤਾ ਗਿਆ, ਅੱਜ ਕੱਲ੍ਹ 10 ਲੱਖ ਰੁਪਏ ਦੇ ਵਿੱਚ ਤੇ ਜਿਹੜਾ ਹੈ ਨਾ ਕੁਝ ਵੀ ਨਹੀਂ ਵਿਕਦਾ। ਜ਼ਮੀਰ ਤਾਂ ਬਹੁਤ ਵੱਡੀ ਕੀ ਚੀਜ਼ ਹੈ। ਪਹਿਲਾਂ ਸਵਾਲ ਇਹ ਸੀ ਕਿ ਕੀ ਸਾਜ਼ਿਸ਼ ਅਧੀਨ ਉਹਨੂੰ ਭੇਜਿਆ ਗਿਆ ਬੇਅਦਬੀ ਕਰਨ ਵਾਸਤੇ? ਅੱਜ ਸਵਾਲ ਇਹ ਪੈਦਾ ਹੋ ਗਿਆ ਕਿ ਕੀ ਕਿਸਾਨ ਮੋਰਚੇ ਨੂੰ ਖਰਾਬ ਕਰਨ ਵਾਸਤੇ, ਖਤਮ ਕਰਾਉਣ ਦੇ ਵਾਸਤੇ, ਉੱਥੋਂ ਚੁਕਾਉਣ ਦੇ ਵਾਸਤੇ ਇਹ ਸਾਰੀ ਸਾਜ਼ਿਸ਼ ਕੀਤੀ ਕਿ ਵੀ ਬੰਦਾ ਮਾਰਤਾ ਜਾਏ? ਚਾਹੀਦਾ ਤੇ ਇਹ ਸੀ ਜੇ ਉਹਨੇ ਬੇਅਦਬੀ ਕੀਤੀ ਹੈ ਉਹਨੂੰ ਪਕੜ ਕੇ ਰੱਖਿਆ ਜਾਂਦਾ ਤਾਂ ਕਿ ਲੋਕਾਂ ਦੇ ਸਾਹਮਣੇ ਐਡਮਿਟ ਕਰਦਾ ਕਿ ਹਾਂ ਮੈਂ ਕੀਤਾ, ਜਾਂ ਦੱਸਦਾ ਮੈਨੂੰ ਕਿੰਨੇ ਭੇਜਿਆ। ਉਹਨੂੰ ਮਾਰ ਕੇ ਤਾਂ ਸਾਰਾ ਐਵੀਡੈਂਸ ਖਤਮ ਕਰ ਦਿੱਤਾ ਗਿਆ। ਅਮਨ ਸਿੰਘ ਦੀਆਂ ਫੋਟੋ ਨਸ਼ਰ ਹੋਈਆਂ ਨੇ ਕਿ ਉਹਨੇ ਬੀਜੇਪੀ ਦੇ ਮਿਨਿਸਟਰਾਂ ਦੇ ਨਾਲ ਮੀਟਿੰਗਾਂ ਕੀਤੀਆਂ। ਉੱਥੋਂ ਤੇ ਇਹ ਸੋਚਣਾ ਪੈ ਰਿਹਾ ਕਿ ਕਿਤੇ ਇਹ ਸਾਰੀ ਸਾਜ਼ਿਸ਼ ਹੀ ਕਿਸਾਨ ਮੋਰਚੇ ਨੂੰ ਖਰਾਬ ਕਰਨ ਦੇ ਵਾਸਤੇ। ਕਿਸਾਨ ਮੋਰਚੇ ਦੀ ਸਭ ਤੋਂ ਵੱਡੀ ਕਾਮਯਾਬੀ ਇਹ ਹੈ ਕਿ ਇੰਨਾ ਲੰਬਾ ਮੋਰਚਾ ਅੱਜ ਤੱਕ ਹਿੰਸਕ ਨਹੀਂ ਹੋਇਆ। ਖੋਜ ਹੋਣੀ ਬੜੀ ਜ਼ਰੂਰੀ ਹੈ ਕਿ ਕੀ ਸਰਕਾਰ ਇਸ ਲੈਵਲ ਤੇ ਜਾ ਸਕਦੀ ਹੈ ਕਿ ਇਸ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਦੇ ਵਾਸਤੇ, ਇਹੋ ਜਿਹਾ ਕਰਨ ਦੇ ਵਾਸਤੇ ਉੱਥੇ ਬੰਦਾ ਮਰਵਾਤਾ ਜਾਏ, ਇਹੋ ਜਿਹਾ ਤਰੀਕੇ ਨਾਲ ਮਰਵਾਇਆ ਜਾਏ ਕਿ ਦੁਨੀਆ ਦੇ ਵਿੱਚ ਜਿਹੜਾ ਉਹਦੀ ਬਦਨਾਮੀ ਹੋਵੇ। ਤੇ ਅਮਨ ਸਿੰਘ ਜਿਹੜੇ ਬਿਆਨ ਦੇ ਰਿਹਾ, ਉਹ ਘੜੀ ਘੜੀ ਮਿਨਿਸਟਰਾਂ ਨੂੰ ਗਾਲਾਂ ਕੱਢ ਕੇ ਇਹ ਕਹਿ ਕੇ ਫੋਟੋ ਦਾ ਕੀ ਹੈ, ਫੋਟੋ ਮੋਦੀ ਨਾਲ ਪਾ ਦਿਓ, ਫੋਟੋ ਉਹਦੇ ਨਾਲ ਪਾ ਦਿਓ। ਨਾਲੇ ਉਹ ਮੰਨ ਰਿਹਾ ਕਿ ਹਾਂ ਮੈਂ ਗਿਆ, ਮੈਂ ਫੋਟੋ ਖਿੱਚਾ, ਮੇਰੀ ਅਸਲੀ ਫੋਟੋ ਹੈ, ਉਹਦੇ 'ਚ ਨਹੀਂ। ਉਹ ਸਾਰੀ ਗੱਲ ਨੂੰ ਘੁਮਾਉਣ ਦੀ ਕੋਸ਼ਿਸ਼ ਕਰ ਰਿਹਾ ਜਿੱਥੋਂ ਹੋਰ ਸ਼ੰਕਾ ਪੈਦਾ। ਕੋਈ ਵੀ ਸੰਘਰਸ਼, ਕੋਈ ਵੀ ਐਜੀਟੇਸ਼ਨ ਲੀਡਰਾਂ ਤੋਂ ਬਾਹਰ ਜਾ ਕੇ ਕਾਮਯਾਬ ਨਹੀਂ ਹੋ ਸਕਦੀ। ਜਿਵੇਂ ਕੁਝ ਨਿਹੰਗ ਆਗੂਆਂ ਨੇ ਕਿਹਾ ਕਿ ਅਸੀਂ ਤਾਂ ਕਿਸਾਨਾਂ ਵਾਸਤੇ ਬੈਠੇ ਹਾਂ ਤੇ ਕਿਸਾਨ ਲੀਡਰਸ਼ਿਪ ਦੀ ਮੰਨਦੇ ਨਹੀਂ ਹੋ। ਤੁਸੀਂ ਕਿਸਾਨਾਂ ਵਾਸਤੇ ਕਿਸ ਤਰ੍ਹਾਂ ਬੈਠੇ ਹੋ? ਇੰਟਰਵਿਊ ਤੁਹਾਡੀ ਜਦੋਂ ਲੋਕ ਦੇਖਣਗੇ ਤੁਹਾਨੂੰ ਵੀ ਸਵਾਲ ਹੋਣਗੇ, ਕੋਈ ਕਹਿੰਦਾ ਮੈਂ ਤਾਂ ਚੈਲੰਜ ਕਰਨਾ, ਡਿਬੇਟ ਕਰੋ ਸਾਡੇ ਨਾਲ। ਜੋ ਤੁਸੀਂ ਸ਼ਬਦ ਕਹੇ ਨੇ ਜਾਂ ਗੱਲਬਾਤ ਕੀਤੀ ਹੈ, ਤੁਸੀਂ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਹੇ ਹੋ? ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਕੋਈ ਡਿਬੇਟ ਕਰਨਾ ਚਾਹੁੰਦਾ ਮੈਂ ਹਰ ਵੇਲੇ ਤਿਆਰ। ਕਿਸੇ ਵੀ ਸੋਸ਼ਲ ਪਲੇਟਫਾਰਮ ਦੇ ਉੱਤੇ, ਮੀਡੀਆ ਦੇ ਉੱਤੇ ਡਿਬੇਟ ਕਰ ਸਕਦਾ। ਮੈਂ ਅਕਾਲ ਪੁਰਖ ਦੇ ਭਾਣੇ 'ਚ ਰਹਿ ਕੇ, ਗੁਰੂ ਦੀ ਰਜ਼ਾ ਵਿੱਚ ਰਹਿ ਕੇ ਨਿਮਰਤਾ ਨਾਲ ਬੇਨਤੀ ਕਰ ਰਿਹਾ, ਮੈਂ ਜੋ ਕਿਹਾ ਆਪਣੇ ਵੱਲੋਂ ਬਿਲਕੁਲ ਅਥੈਂਟੀਕੇਟਡ ਗੱਲਾਂ ਕੀਤੀਆਂ ਨੇ, ਕੋਈ ਇੱਧਰ ਹਵਾਈ ਗੱਲਾਂ ਨਹੀਂ ਕੀਤੀਆਂ। ਤੇ ਜੇ ਕੋਈ ਇਹਦੇ ਬਾਰੇ ਕੋਈ ਵੀ ਗੱਲਬਾਤ ਡਿਬੇਟ ਕਰਨਾ ਚਾਹੁੰਦਾ ਮੈਂ ਹਾਜ਼ਰ। ਸਿੰਘੂ ਮੋਰਚੇ ਦੇ ਘਟਨਾ ਤੋਂ ਬਾਅਦ ਅਲੱਗ-ਅਲੱਗ ਤਰੀਕੇ ਦੇ ਨਾਲ ਅਲੱਗ-ਅਲੱਗ ਪਹਿਲੂ ਸਾਹਮਣੇ ਆਦੇ ਨੇ। ਤਸਵੀਰਾਂ ਵੀ ਵਾਇਰਲ ਹੋ ਜਾਂਦੀਆਂ ਨੇ ਬੀਜੇਪੀ ਦੇ ਲੀਡਰ ਦੇ ਨਾਲ ਨਿਹੰਗਾਂ ਦੀਆਂ। ਉਸ ਤੋਂ ਬਾਅਦ ਵੀਡੀਓ ਵੀ ਆਉਂਦੀਆਂ ਨੇ, ਫਿਰ ਇੱਕ ਵਿਅਕਤੀ ਨੂੰ ਉੱਥੇ ਵੱਢ ਕੇ ਟੰਗਿਆ ਵੀ ਜਾਂਦਾ। ਹੁਣ ਸੋਚਣ ਵਾਲੀ ਇਹ ਗੱਲ ਹੈ ਕਿ ਜਿਹੜੇ ਪੰਜਾਬ ਦੇ ਲੋਕ ਜਾਂ ਜਿਹੜੇ ਅਲੱਗ-ਅਲੱਗ ਸੂਬਿਆਂ ਦੇ ਲੋਕ ਦਿੱਲੀ ਮੋਰਚੇ ਤੇ ਬੈਠੇ ਸੀ,
ਉਹ ਸਵਾਲ ਕਰਦੇ ਸੀ ਬੀਜੇਪੀ ਨੂੰ ਵੀ ਸਾਡੇ ਮਸਲੇ ਹੱਲ ਕਰਾਓ। ਹੁਣ ਉਹ ਸਾਰੇ ਸਵਾਲ ਪੰਜਾਬ ਦੇ ਵਿੱਚ ਇੱਕ ਦੂਜੇ ਨੂੰ ਲੋਕ ਕਰਦੇ ਨੇ, ਇੱਕ ਦੂਜੇ ਉੱਤੇ ਉਂਗਲਾਂ ਚੁੱਕਦੇ ਨੇ। ਕੋਈ ਕਹਦੇ ਵੀ ਠੀਕ ਹੈ, ਕੋਈ ਕਹਦੇ ਗਲਤ ਹੈ। ਸਵਾਲ ਤਾਂ ਬੀਜੇਪੀ ਦੇ ਲੀਡਰਾਂ ਨੂੰ ਹੋਣੇ ਚਾਹੀਦੇ ਸੀ। ਤਸਵੀਰਾਂ ਵਿੱਚ ਜੇ ਨਿਹੰਗ ਨਜ਼ਰ ਆ ਰਹੇ ਸੀ ਉਸ ਦਾ ਸੱਚ ਕੀ ਸੀ, ਜਾਂ ਨਿਹੰਗਾਂ ਨੂੰ ਉਸ ਦਾ ਸੱਚ ਦੱਸਣਾ ਚਾਹੀਦਾ, ਜੋ ਅਲੱਗ-ਅਲੱਗ ਤਰੀਕੇ ਦੇ ਨਾਲ ਅਲੱਗ-ਅਲੱਗ ਇੰਟਰਵਿਊ ਵਿੱਚ ਦੱਸ ਵੀ ਰਹੇ ਨੇ। ਪਰ ਅਸਲ ਸੱਚ ਕੀ ਹੈ, ਇਹ ਹੱਲੇ ਵੀ ਕੋਸਾਂ ਦੂਰ ਹੈ। ਹੁਣ ਸਵਾਲ ਇਹ ਹੁੰਦਾ ਕਿ ਵਾਕਈ ਬੀਜੇਪੀ ਨਾਲ ਜੋ ਤਸਵੀਰ ਵਾਇਰਲ ਹੋਈ ਹੈ ਨਿਹੰਗਾਂ ਦੀ, ਉਹ ਤਸਵੀਰ ਵਾਇਰਲ ਕਰਵਾਈ ਗਈ ਹੈ ਕਿ ਵਾਇਰਲ ਹੋ ਗਈ ਹੈ, ਇਹ ਵੀ ਸਵਾਲ ਹੈ। ਜਾਂ ਵਾਇਰਲ ਕਰਵਾਈ ਗਈ ਹੈ ਕਿ ਵਾਕਈ ਇੱਕ ਪਾੜਾ ਪਾਉਣਾ ਚਾਹੁੰਦੇ ਸਨ। ਕਿ ਸੋਚਿਆ ਕਿਸੇ ਨੇ, ਤਸਵੀਰ ਵਾਇਰਲ ਹੋਈ ਤਾਂ ਸਵਾਲ ਕਿਸ ਨੂੰ ਹੋਣੇ ਚਾਹੀਦੇ ਨੇ, ਬੀਜੇਪੀ ਦੇ ਲੀਡਰਾਂ ਨੂੰ ਕਿ ਨਿਹੰਗ ਜਥੇਬੰਦੀਆਂ ਨੂੰ, ਕਿ ਵਾਕਈ ਸਾਨੂੰ ਦੋ ਫਾੜ ਕਰਕੇ ਰੱਖ ਦਿੱਤਾ ਇਸ ਘਟਨਾ ਨੇ। ਜੇ ਅਸੀਂ ਸਾਰੇ ਇੱਕ ਸੀ ਫਿਰ ਅਸੀਂ ਬੀਜੇਪੀ ਦੇ ਲੀਡਰਾਂ ਨੂੰ ਸਵਾਲ ਕਿਉਂ ਨਹੀਂ ਕੀਤੇ। ਹੁਣ ਥੋੜੇ ਸਮਝਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇੱਕ ਬੁੱਧੀਜੀਵੀ ਇਸ ਚੀਜ਼ ਨੂੰ ਆ ਸਕਦਾ ਹੈ, ਜੇ ਇਸ ਚੀਜ਼ ਨੂੰ ਇਸ ਦੀ ਵਿਆਖਿਆ ਕਰ ਸਕਦਾ ਹੈ। ਸੱਚ ਤਾਂ ਹਲੇ ਕੋਸਾਂ ਦੂਰ ਕਿਹਾ ਜਾ ਸਕਦਾ, ਜਿਵੇਂ ਜਿਵੇਂ ਦਿਨ ਬੀਤਣਗੇ ਹੋਰ ਨਵੀਆਂ ਪਰਤਾਂ ਖੁੱਲ੍ਹਣ ਦੀ ਉਮੀਦ ਹੈ। ਤਾਂ ਆਪਾਂ ਇਸੇ ਚੀਜ਼ ਨੂੰ ਕੋਸ਼ਿਸ਼ ਕਰਾਂਗੇ ਸਮਝਣ ਦੀ, ਨਿਹੰਗ ਸਿੰਘਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹ ਘਟਨਾ ਜੇ ਵਾਪਰੀ ਉਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਕਰੋਨਾ ਦੇ ਵਿੱਚ ਇੱਕ ਪੁਲਿਸ ਵਾਲੇ ਦਾ ਗੁੱਟ ਵੀ ਲੈ ਜਾਂਦਾ, ਉਸ ਉੱਪਰ ਕੋਈ ਹੱਕ ਵਿੱਚ ਆ ਜਾਂਦਾ, ਕੋਈ ਉਸ ਦੇ ਖਿਲਾਫ ਆ ਜਾਂਦਾ। ਉਸ ਤੋਂ ਪਹਿਲਾਂ ਦੀ ਚਰਚਾ ਕਰੀਏ ਨਿਹੰਗ ਪੁੱਲੇ ਦੀ, ਉਹ ਸਾਰਿਆਂ ਨੂੰ ਇਤਿਹਾਸ ਪਤਾ ਹੈ। ਕੋਸ਼ਿਸ਼ ਕਰਾਂਗੇ ਆਪਾਂ ਇਸ ਚੀਜ਼ ਨੂੰ ਟਟੋਲਣ ਦੀ। ਤੇ ਸਾਡੇ ਨਾਲ ਮੌਜੂਦ ਨੇ ਰਜਿੰਦਰ ਸਿੰਘ ਖਾਲਸਾ ਜੀ, ਜਿਨ੍ਹਾਂ ਦੀ ਖਾਲਸਾ ਪੰਚਾਇਤ ਹੈ, ਤੁਸੀਂ ਵਾਕਫ ਵੀ ਹੋਵੋਗੇ ਇਹਨਾਂ ਕੋਲੋਂ। ਉਹਦੇ ਇਹਨਾਂ ਨਾਲ ਗੱਲਬਾਤ ਕਰਕੇ ਕੋਸ਼ਿਸ਼ ਕਰਾਂਗੇ ਇਸ ਚੀਜ਼ ਨੂੰ ਲੱਭਣ ਦੀ ਵੀ ਸਮੱਸਿਆ ਕਿੱਥੇ ਆ ਗਈ ਹੈ। ਜਿਹੜੇ ਸਵਾਲ ਸੀ ਬੀਜੇਪੀ ਨੂੰ ਹੁਣ ਪੰਜਾਬ ਦੇ ਲੋਕ ਆਪਸ ਵਿੱਚ ਕਿਉਂ ਕਰਨ ਲੱਗ ਪਏ ਨੇ। ਉਹ ਜਿਹੜੀ ਤਸਵੀਰ ਹੈ ਉਹ ਵਾਇਰਲ ਹੋਈ ਸੀ ਕਿ ਵਾਇਰਲ ਕਰਵਾਈ ਗਈ ਸੀ। ਖਾਲਸਾ ਜੀ, ਖਾਲਸਾ ਵਾਹਿਗੁਰੂ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਮੈਂ ਜਿਵੇਂ ਜ਼ਿਕਰ ਕਰ ਰਿਹਾ ਵੀ ਧਰਮ ਦੇ ਨਾਂ ਦੇ ਉੱਤੇ ਵੈਸੇ ਤਾਂ ਡਿਬੇਟ ਐਂਡਲੈਸ ਹੁੰਦੀ ਹੈ, ਉਸ ਉੱਪਰ ਜਿੰਨੀ ਮਰਜ਼ੀ ਡਿਬੇਟ ਕੀਤੀ ਜਾ ਸਕਦੀ ਹੈ। ਨਿਹੰਗਾਂ ਦੀ ਗੱਲ ਕਰ ਲਈਏ, ਉੱਥੇ ਇੱਕ ਵਿਅਕਤੀ ਨੂੰ ਮਾਰ ਕੇ ਟੰਗ ਦਿੱਤਾ ਜਾਂਦਾ ਹੈ, ਵੀਡੀਓ ਵਾਇਰਲ ਹੁੰਦੀਆਂ ਨੇ, ਤਸਵੀਰਾਂ ਵਾਇਰਲ ਹੁੰਦੀਆਂ ਨੇ। ਮੈਂ ਥੋੜਾ ਪਿੱਛੇ ਲੈ ਕੇ ਜਾਣਾ ਚਾਹੁੰਦਾ, ਜੇ ਤੁਸੀਂ ਥੋੜਾ ਜਿਹਾ ਚਾਨਣਾ ਪਾ ਦਿਓ ਸੰਨ 47 ਤੋਂ ਬਾਅਦ ਨਿਹੰਗਾਂ ਦਾ, ਸੰਨ 47 ਤੋਂ ਬਾਅਦ ਪੰਜਾਬ ਦੇ ਵਿੱਚ ਕੀ ਕੀ ਇਤਿਹਾਸ ਦੇ ਆ। ਨਹੀਂ ਦੇਖੋ, ਇਤਿਹਾਸ ਕੋਈ ਪਹਿਲਾਂ ਐਡਾ ਮਾੜਾ ਇਤਿਹਾਸ ਨਹੀਂ, ਬੜਾ ਸੂਰਮਗਤੀ ਦਾ ਇਤਿਹਾਸ ਰਿਹਾ ਨਿਹੰਗ ਸਿੰਘਾਂ ਦਾ। ਲੇਕਿਨ ਮੇਨ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੋਇਆ 1984 ਦੇ ਵਿੱਚ ਹੋਇਆ। 1984 ਦੇ ਵਿੱਚ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ, ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਸਾਰੀ ਕੌਮ ਇਹ ਚਾਹੁੰਦੀ ਸੀ ਕਿ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਜਿਹੜੀ ਹੈ ਉਹ ਸਰਕਾਰ ਨਾ ਬਣਾਵੇ, ਬਲਕਿ ਬਹੁਤ ਸਾਰੇ ਤੇ ਸੂਝਵਾਨ ਵੀਰ ਐਸੇ ਸਨ ਜਿਹੜੇ ਚਾਹੁੰਦੇ ਸਨ ਕਿ ਅਕਾਲ ਤਖਤ ਦਾ ਇੱਕ ਹਿੱਸਾ ਜਿਹੜਾ ਇਸ ਤਰ੍ਹਾਂ ਹੀ ਪ੍ਰੀਜ਼ਰਵ ਕੀਤਾ ਜਾਵੇ ਤਾਂ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਵੇਖ ਸਕਣ ਕਿ ਕੀ ਸਾਡੇ 'ਤੇ ਜ਼ੁਲਮ ਢਾਇਆ ਗਿਆ ਸੀ। ਸਰਕਾਰ ਉਹਨੂੰ ਬਣਵਾਉਣਾ ਚਾਹੁੰਦੀ ਸੀ ਤੇ ਸੰਤਾ ਸਿੰਘ ਇਹਨਾਂ ਦਾ ਮੁਖੀ ਸੀ ਉਸ ਵੇਲੇ, ਬੁੱਢਾ ਦਲ ਦਾ। ਉਹਨੇ ਸਰਕਾਰ ਦੇ ਹੱਥੇ ਚੜ੍ਹ ਕੇ, ਹੁਣ ਹੱਥੇ ਚੜ੍ਹਿਆ ਲਫ਼ਜ਼ ਜਿਹੜਾ ਉਹਦੇ ਵਿੱਚ ਬੜਾ ਕੁਝ ਆ ਜਾਂਦਾ, ਉਹ ਮੈਂ ਨਹੀਂ ਖੋਲ੍ਹਣਾ ਚਾਹੁੰਦਾ, ਨਾ ਮੈਨੂੰ ਉਹਦੇ ਅੰਦਰਲੀਆਂ ਪਰਤਾਂ ਪਤਾ ਨੇ। ਲੇਕਿਨ ਸਰਕਾਰ ਦਾ ਇੱਕ ਪਿੱਠੂ ਬਣ ਕੇ, ਸਰਕਾਰ ਦਾ ਇੱਕ ਹੱਥ ਠੋਕਾ ਬਣ ਕੇ ਉਹਨੇ ਕਿਹਾ ਜੀ ਕਿ ਮੈਂ ਇਹ ਕਾਰ ਸੇਵਾ ਕਰਵਾਵਾਂਗਾ। ਔਰ ਉਹ ਸਾਰੀ ਸਰਕਾਰੀ ਸੇਵਾ ਸੀ, ਸਰਕਾਰ ਨੇ ਉਹ ਸਾਰੀ ਬਿਲਡਿੰਗ ਬਣਵਾਈ, ਸਰਕਾਰ ਨੇ ਆਪਣੇ ਬੰਦੇ ਲਾ ਕੇ, ਔਰ ਉਹਦੀ ਵਜ੍ਹਾ ਕਰਕੇ ਸੰਤਾ ਸਿੰਘ ਨੂੰ ਪੰਚੋ ਛੇਕ ਦਿੱਤਾ ਗਿਆ। ਸੰਤਾ ਸਿੰਘ ਕਿਸ ਨਿਹੰਗ ਜਥੇਬੰਦੀ ਦੇ ਆਗੂ ਸਨ? ਬੁੱਢਾ ਦਲ ਦਾ ਮੁਖੀ ਸੀ, ਬੁੱਢਾ ਦਲ ਦਾ ਮੁਖੀ ਸੀ, ਉਹਦਾ ਹੀ ਸਭ ਤੋਂ ਜ਼ਿਆਦਾ ਨਾਂ ਚੱਲਦਾ ਸੀ। ਉਹਨੂੰ ਪੰਚੋ ਛੇਕ ਦਿੱਤਾ ਗਿਆ ਔਰ ਇਹ ਬੜਾ ਲੰਬਾ ਸਮਾਂ ਬਾਅਦ ਦੇ ਵਿੱਚ ਉਹ ਬੜੀਆਂ ਤਰਲੇ ਕਰਕੇ, ਮਿੰਨਤਾਂ ਕਰਕੇ, ਔਰ ਜਿਹੜਾ ਉਹਨੇ ਅਕਾਲ ਤਖਤ ਦੀ ਬਿਲਡਿੰਗ ਬਣਵਾਈ ਸੀ ਉਹਨੂੰ ਫਿਰ ਢਾਇਆ ਗਿਆ, ਢਾਹ ਕੇ ਦੁਬਾਰਾ ਅਕਾਲ ਤਖਤ ਬਣਾਇਆ ਗਿਆ। ਉਹਦੀ ਬਿਲਡਿੰਗ ਨੂੰ ਪ੍ਰਵਾਨ ਨਹੀਂ ਕੀਤਾ ਗਿਆ, ਕਿਉਂਕਿ ਭਾਵੇਂ ਨਾਂ ਸੰਤਾ ਸਿੰਘ ਦਾ ਲਿਆ ਗਿਆ ਸੀ ਲੇਕਿਨ ਬਣਵਾਈ ਸਰਕਾਰ ਨੇ ਸੀ। ਉਹ ਸਰਕਾਰੀ ਬਣਵਾਈ ਹੋਈ ਬਿਲਡਿੰਗ ਨੂੰ ਜਿਹੜਾ ਪੰਥ ਨੇ ਪ੍ਰਵਾਨ ਨਹੀਂ ਕੀਤਾ, ਉਹਨੂੰ ਢਾਹ ਕੇ ਦੁਬਾਰਾ ਬਣਾਈ ਗਈ। ਔਰ ਬਾਅਦ ਦੇ ਵਿੱਚ ਇਹਦੇ ਬਹੁਤ ਮਾਫੀਆਂ ਵਗੈਰਾ ਮੰਗਣ ਦੇ ਕਰਕੇ ਜਿਹੜਾ ਫਿਰ ਇਹਨੂੰ ਪੰਥ ਦੇ ਵਿੱਚ ਵਾਪਸ ਲੈ ਲਿਆ ਗਿਆ। ਅੱਜ ਮੈਂ ਨਿੱਜੀ ਤੌਰ 'ਤੇ ਵੀ ਕਈ ਜਗ੍ਹਾ 'ਤੇ ਵੇਖਿਆ ਵੀ ਕਈ ਬੰਦੇ ਜਿਹੜੇ ਕਿ ਕ੍ਰਿਮੀਨਲ ਮਾਈਂਡ ਦੇ ਨੇ, ਉਹ ਪਨਾਹ ਲੈਣ ਲਈ ਨਿਹੰਗ ਬਣੇ ਫਿਰਦੇ ਨੇ। ਇਹਦਾ ਮਤਲਬ ਇਹ ਨਹੀਂ ਕਿ ਸਾਰੇ ਆਪਾਂ ਇੱਕ ਸੰਪਰਦਾ ਨੂੰ, ਇੱਕ ਕੌਮ ਦੇ ਹਿੱਸੇ ਨੂੰ ਇਹ ਕਹਿ ਦਈਏ ਕਿ ਸਾਰੇ ਮਾੜੇ ਨੇ, ਲੇਕਿਨ ਵਿੱਚ ਮਾੜੇ ਵੀ ਨੇ ਜਿਹੜੇ ਮਾੜੇ ਕਰਮ ਜਿਹੜੇ ਨੇ ਉਹ ਕਰਦੇ ਨੇ, ਔਰ ਉਹਦੀ ਵਜ੍ਹਾ ਕਰਕੇ ਪੂਰੀ ਜਿਹੜੀ ਸੰਪਰਦਾ ਜਿਹੜੀ ਹੈ ਉਹਦੀ ਫਿਰ ਬਦਨਾਮੀ ਹੁੰਦੀ ਹੈ।
ਅੱਛਾ ਖਾਲਸਾ ਜੀ, ਪੁੱਲ ਦਾ ਵੀ ਜ਼ਿਕਰ ਜੇ ਕਰੀਏ, ਉਹ ਵੀ ਨਿਹੰਗ ਸਿੰਘ ਸੀ, ਉਹਨਾਂ ਨੇ ਆਪਾਂ ਨੂੰ ਪਤਾ ਵੀ ਉਹਨੂੰ ਤੇਲ ਪਾ ਕੇ ਉਹਦੇ ਨੂੰ ਸਾੜ ਦਿੱਤਾ ਗਿਆ। ਜੇ ਉਸ ਉੱਪਰ ਚਾਨਣਾ ਪਾਉਣਾ ਹੋਵੇ ਤਾਂ ਉਹ ਇੱਕ ਦੌਰ ਜਿਹੜਾ ਹੈਗਾ ਸੀ ਨਿਹੰਗ ਪੁੱਲ ਦਾ, ਉਸ ਨੂੰ ਕਿੱਦਾਂ ਦੇਖਿਆ ਜਾਊਗਾ? ਦੇਖੋ, ਪੂਲਾ ਨਿਹੰਗ ਬਾਣੇ ਦੇ ਵਿੱਚ ਸੀ, ਆਪਣੇ ਆਪ ਨੂੰ ਨਿਹੰਗ ਕਹਿੰਦਾ ਸੀ, ਲੇਕਿਨ ਇਹਦੇ 'ਤੇ ਕੋਈ ਸ਼ੱਕ ਨਹੀਂ ਕਿ ਉਹ ਸਰਕਾਰੀ ਬੰਦਾ ਸੀ। ਔਰ ਉਹਨੇ ਜੋ ਜ਼ੁਲਮ ਸਿੱਖਾਂ 'ਤੇ ਢਾਇਆ, ਸਰਕਾਰਾਂ ਨੇ ਨਹੀਂ ਢਾਇਆ, ਪੁਲਿਸ ਨੇ ਨਹੀਂ ਢਾਇਆ, ਫੌਜਾਂ ਨੇ ਨਹੀਂ ਢਾਇਆ। ਜਿੰਨੇ ਉਹਨੇ ਬੰਦੇ ਮਾਰੇ ਨੇ ਔਰ ਜਿੰਨੇ ਉਹਨੇ ਜ਼ੁਲਮ ਕਰਕੇ ਉਹਨਾਂ ਨੂੰ ਤਸੀਹਾ ਦੇ ਕੇ ਮਾਰੇ ਨੇ, ਉਹਦਾ ਪ੍ਰਮਾਣ ਹੋਰ ਕਿਤੇ ਨਹੀਂ ਮਿਲਦਾ। ਉਹਦੇ ਨਾਲ ਵੀ ਨਿਹੰਗ ਸੰਪਰਦਾ ਦਾ ਨਾਂ ਜੁੜਦਾ, ਕਿਉਂਕਿ ਪੂਰਾ ਨਿਹੰਗ ਘਵਾਉਂਦਾ ਸੀ ਆਪਣੇ ਆਪ ਨੂੰ। ਲੇਕਿਨ ਮੈਂ ਨਿੱਜੀ ਤੌਰ 'ਤੇ ਇਸ ਗੱਲ ਨੂੰ ਜਾਣਦਾ ਕਿ ਉਹ ਸਰਕਾਰੀ ਏਜੰਸੀਆਂ ਦਾ ਬੰਦਾ ਸੀ, ਨਿਹੰਗ ਬਾਣੇ ਦੇ ਵਿੱਚ ਸੀ। ਇਹੀ ਮੈਂ ਗੱਲ ਕੀਤੀ ਨਾ, ਇੰਡੀਵਿਜੂਅਲ ਹੈ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਉਹਨਾਂ ਇੰਡੀਵਿਜੂਅਲਸ ਦੇ ਨਾਲ ਹੋਰ ਜਿਹੜੇ ਨੇ ਉਹ ਲੱਗ ਵੀ ਜਾਂਦੇ ਨੇ ਤੇ ਕੁਝ ਖਰੀਦ ਵੀ ਲੈ ਜਾਂਦੇ ਨੇ। ਉਹਦੇ ਨਾਲ ਸਾਰੀ ਸੰਸਥਾ ਦੀ ਬਦਨਾਮੀ ਹੁੰਦੀ ਹੈ। ਲੇਕਿਨ ਕੌਮ ਪ੍ਰਤੀ ਇਹਨਾਂ ਨੇ ਕਦੀ ਇਕੱਠੇ ਹੋਣ ਦੀ ਕੋਸ਼ਿਸ਼ ਨਹੀਂ ਕੀਤੀ, ਇੱਕ ਆਪਣਾ ਅੱਡ ਵਖਰੇਵਾਂ ਬਣਾ ਕੇ ਸਦਾ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਔਰ ਸਮੇਂ ਦੀਆਂ ਸਰਕਾਰਾਂ ਦੇ ਨਾਲ ਮਿਲ ਕੇ ਚੱਲਦੇ ਰਹੇ ਨੇ। ਇਹ ਵੀ ਗੱਲ ਜਿਹੜੀ ਹੈ ਇਹ ਸੱਚੀ ਹੈ। ਹੁਣ ਆਪਾਂ ਨੇ ਸਿੰਘੂ ਮੋਰਚੇ ਦੇ ਉੱਤੇ ਬੰਦੇ ਨੂੰ ਮਾਰ ਕੇ ਇੱਕ ਪੈਰ ਵੱਢਣਾ, ਇੱਕ ਗੁੱਟ ਵੱਢ ਕੇ ਟੰਗ ਦੇਣਾ, ਕਿਹਾ ਜਾ ਰਿਹਾ ਕਿ ਬੇਅਦਬੀ ਕਰਨ ਆਇਆ ਸੀ, ਉਸ ਨੂੰ ਪਕੜ ਲਿਆ। ਇਸ ਘਟਨਾ ਨੂੰ ਕਿੱਦਾਂ ਦੇਖਦੇ ਹੋ? ਕਿ ਵਾਕਈ ਹੀ ਜੇ ਇਸ ਤਰੀਕੇ ਨਾਲ ਹੋਣ ਲੱਗ ਪਿਆ, ਖੁਦ ਨਿਹੰਗ ਕਹਿ ਦਿੰਦੇ ਵੀ ਸਾਨੂੰ ਯਕੀਨ ਨਹੀਂ ਹੈਗਾ ਡੈਮੋਕ੍ਰੇਸੀ 'ਤੇ, ਸਾਨੂੰ ਇਨਸਾਫ ਨਹੀਂ ਮਿਲਿਆ। ਪਹਿਲਾਂ ਵੀ ਬੇਅਦਬੀ ਹੋਈ ਬਰਗਾੜੀ ਦੇ ਵਿੱਚ, ਉਸ ਨੂੰ ਲੈ ਕੇ ਵੀ ਲਗਾਤਾਰ ਕੇਸ ਚੱਲਦੇ ਪਏ ਨੇ, ਇਨਸਾਫ ਕਿਤੇ ਨਹੀਂ ਮਿਲਿਆ। ਫਿਰ ਇਹ ਤਰੀਕਾ ਸਹੀ ਹੈ ਇਨਸਾਫ ਲੈਣ ਦਾ? ਵਿਜੇ ਸਿੰਘ ਜੀ, ਇਸ ਗੱਲ ਨੂੰ ਨਾ ਦੋ ਹਿੱਸਿਆਂ 'ਚ ਸਮਝਣਾ ਪਏਗਾ ਔਰ ਬੜੀ ਬਰੀਕੀ ਨਾਲ ਸਮਝਣਾ ਪਏਗਾ, ਤਾਂ ਗੱਲ ਸਮਝ ਲੱਗੇਗੀ। ਸਿੱਖ ਇੱਕ ਬੜਾ ਡਿਸਿਪਲਿਨਡ ਵਿਅਕਤੀ ਹੈ। ਸਿੱਖ ਇਨਸਾਫ ਦੇ ਵਿੱਚ ਵਿਸ਼ਵਾਸ ਰੱਖਦਾ ਔਰ ਇਨਸਾਫ ਦੀ ਇੰਤਜ਼ਾਰ ਕਰਦਾ। ਮੈਂ ਪ੍ਰਮਾਣ ਦੇ ਤੌਰ ਤੇ ਤੁਹਾਨੂੰ ਦੱਸਾਂ ਕਿ ਨਿਰੰਕਾਰੀ ਕਾਂਡ ਹੋਇਆ 1978 ਦੇ ਵਿੱਚ। ਨਿਰੰਕਾਰੀ ਸਿੰਘ ਜਿਹੜਾ, ਉਹਦੀ ਕੁਝ ਦਿਨਾਂ ਬਾਅਦ ਜ਼ਮਾਨਤ ਹੋ ਗਈ। ਉਹ ਫੜਿਆ ਹੀ ਨਹੀਂ ਗਿਆ, ਹੁਣ ਬਸ ਪੜ ਕੇ ਨਾਲ ਹੀ ਜ਼ਮਾਨਤ ਹੋ ਗਈ। ਕਿਸੇ ਨੇ ਨਹੀਂ ਮਾਰਿਆ, ਕੁਛ ਨਹੀਂ ਕਿਹਾ। ਜਿਸ ਵੇਲੇ ਅਦਾਲਤ ਨੇ ਉਹਨੂੰ ਬਰੀ ਕਰ ਦਿੱਤਾ, ਅਦਾਲਤ ਨੇ ਉਹਨੂੰ ਵੀ ਬਰੀ ਕਰਤਾ, ਉਹਦੇ ਸਾਥੀਆਂ ਨੂੰ ਵੀ ਬਰੀ ਕਰਤਾ, ਇੱਕ ਵੀ ਬੰਦੇ ਨੂੰ ਸਜ਼ਾ ਨਹੀਂ ਹੋਈ, ਫਿਰ ਸਿੱਖਾਂ ਨੂੰ ਉਹਨੇ ਸਜ਼ਾਏ ਮੌਤ ਦਿੱਤੀ। ਜਿਸ ਵੇਲੇ ਨਿਆਂ ਪ੍ਰਣਾਲੀ ਫੇਲ ਹੋ ਗਈ, ਨਿਆਂ ਪ੍ਰਣਾਲੀ ਫੇਲ ਹੋ ਗਈ, ਤੇ ਫਿਰ ਸਿੱਖ ਨੇ ਨਿਆਂ ਆਪਣੇ ਹੱਥ 'ਚ ਲੈ ਲਿਆ। ਇਸ ਤਰ੍ਹਾਂ ਹੀ ਹੁਣ ਜੇ ਇੱਥੇ ਨਿਆਂ ਪ੍ਰਣਾਲੀ ਫੇਲ ਹੋ ਗਈ ਸੀ, ਗੱਲ ਪੂਰੀ ਕਰ ਲੈਣ ਦਿਓ। ਪੂਰੀ ਗੱਲ ਹੋਣ ਤੋਂ ਬਾਅਦ ਮੈਂ ਕਿਹਾ ਇਹਨੂੰ ਬੜੀ ਬਰੀਕੀ ਨਾਲ ਸਮਝਣਾ ਪਏਗਾ। ਇਸੇ ਤਰ੍ਹਾਂ 1984 ਦਾ ਦਰਬਾਰ ਸਾਹਿਬ ਦਾ ਹਮਲਾ ਜਿਹੜਾ, ਸਾਨੂੰ ਪਤਾ ਸੀ ਕਿ ਇੰਦਰਾ ਗਾਂਧੀ ਨੂੰ ਕਿਸੇ ਨੇ ਸਜ਼ਾ ਨਹੀਂ ਦੇਣੀ, ਲੇਕਿਨ ਸਿੱਖ ਕੌਮ ਦੀ ਗੁਨਾਹਗਾਰ ਸੀ, ਉਹਨੇ ਦਰਬਾਰ ਸਾਹਿਬ 'ਤੇ ਹਮਲਾ ਕਰਵਾਇਆ ਸੀ। ਜਿੱਥੇ ਪਤਾ ਹੈ ਕਿ ਇੱਥੇ ਨਿਆਂ ਕੋਈ ਅਦਾਲਤ ਨਹੀਂ ਦੇ ਸਕਦੀ, ਉੱਥੇ ਸਿੱਖ ਨੇ ਆਪ ਨਿਆਂ ਕਰਤਾ। ਹੁਣ 2015 ਤੋਂ ਬੇਅਦਬੀਆਂ ਹੋ ਰਹੀਆਂ ਨੇ, ਲਗਾਤਾਰ ਹੋ ਰਹੀਆਂ ਨੇ। ਇੱਕ ਵੀ ਕੇਸ ਨਹੀਂ ਜਿੱਥੇ ਅੱਜ ਤੱਕ ਸਜ਼ਾ ਹੋਈ ਹੋਵੇ, ਇੱਕ ਵੀ ਕੇਸ ਨਹੀਂ। ਜਿਸ ਵੇਲੇ ਇੰਨਾ ਅਨਿਆਂ ਹੋ ਰਿਹਾ ਹੈ ਵੀ ਸਿੱਖ ਦੇ ਗੁਰੂ ਦੀ ਬੇਅਦਬੀ ਹੋ ਰਹੀ ਹੈ, ਬਾਹਰ ਹੋ ਰਹੀ ਹੈ, ਤੇ ਉਹਦੇ ਵਿੱਚ ਕਿਸੇ ਨੂੰ ਸਜ਼ਾ ਨਹੀਂ ਹੋ ਰਹੀ। ਜੇ ਸਿੱਖ ਉਸ ਗੱਲ ਤੋਂ ਭਾਵੁਕ ਹੋ ਕੇ ਕਿਸੇ ਨੂੰ ਸਜ਼ਾ ਦੇ ਦਿੰਦਾ, ਫਿਰ ਕੁਝ ਗਲਤ ਨਹੀਂ। ਇਹ ਸਿੱਖ ਦੀ ਮਾਨਸਿਕਤਾ ਦੇ ਵਿੱਚ ਹੈ। ਇਹ ਪੱਖ ਹੈ ਸਿਧਾਂਤਕ। ਹੁਣ ਜੋ ਇੱਥੇ ਹੋਇਆ ਉਹਦੀ ਗੱਲ ਆਪਾਂ ਕਰੀਏ, ਇਹਦੀ ਗੱਲ ਨੂੰ ਪਹਿਲਾਂ ਉਹਦੇ ਨਾਲ ਜੋੜਿਆ ਜਾ ਰਿਹਾ, ਲੇਕਿਨ ਨਹੀਂ, ਇਹ ਮਾਨਸਿਕ ਤੌਰ ਤੇ ਬਿਲਕੁਲ ਠੀਕ ਗੱਲ ਹੈ। ਲੇਕਿਨ ਦੂਸਰੇ ਪਾਸੇ ਇਹ ਹੈ ਕਿ ਜਿਹੜਾ ਕਹਿ ਰਿਹਾ ਹੈ ਸਰਬਲੋਕ ਗ੍ਰੰਥ ਦੀ ਬੇਅਦਬੀ ਹੋਈ, ਸਿੱਖ ਕੌਮ ਦਾ ਇੱਕ ਗੁਰੂ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਨੇ। ਜੇ ਉਹ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਆਇਆ ਸੀ ਤੇ ਸਜ਼ਾ ਦਾ ਭਾਗੀ ਹੈ। ਲੇਕਿਨ ਅੱਜ ਜੋ ਕੁਝ ਉੱਘੜ ਕੇ ਸਾਹਮਣੇ ਆਇਆ, ਉਹਦੇ ਵਿੱਚ ਤਾਂ ਬਹੁਤ ਦੂਰ ਗੱਲ ਪਹੁੰਚ ਗਈ ਹੈ। ਪਹਿਲਾਂ ਤਾਂ ਗੱਲ ਇੱਥੋਂ ਤੱਕ ਤੇ ਸੀ ਕਿ ਕੀ ਉਹਨੂੰ ਕਿਸੇ ਸਾਜ਼ਿਸ਼ ਅਧੀਨ ਭੇਜਿਆ ਗਿਆ ਵੀ ਉਹ ਬੇਅਦਬੀ ਕਰੇ। ਅੱਜ ਤਾਂ ਇਹ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਕਿ ਕੀ ਇਹ ਸਾਜ਼ਿਸ਼ ਤੇ ਨਹੀਂ ਸੀ ਕਿ ਇੱਕ ਪਾਸੇ ਉਹਨੂੰ ਭੇਜਿਆ ਗਿਆ ਤੇ ਦੂਜੇ ਪਾਸੇ ਇਹ ਵੀ ਤਿਆਰੀ ਸੀ ਵੀ ਇਹਨੂੰ ਮਾਰ ਦਿੱਤਾ ਜਾਏ। ਜਿਹੜੀ ਬੇਅਦਬੀ ਕਹੀ ਜਾ ਰਹੀ ਹੈ,
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਜਿਹਨੂੰ ਕਿਹਾ ਜਾ ਰਿਹਾ ਕਿ ਇਹ ਸਰਬਲੋ ਗ੍ਰੰਥ ਸਰਬਲੋ ਇੱਕ ਪੋਥੀ ਹੈ ਜਿਹੜੀ ਪੰਥ ਦੇ ਵਿੱਚ ਕੋਈ ਪ੍ਰਮਾਣਤਾ ਨਹੀਂ, ਸਿਰਫ ਨਿਹੰਗੋ ਨੂੰ ਮਾਨਤਾ ਦਿੰਦੇ ਨੇ ਜਾਂ ਕੁਝ ਡੇਰੇਦਾਰ ਮਾਨਤਾ ਦਿੰਦੇ ਨੇ। ਸਿੱਖ ਕੌਮ ਦੇ ਵਿੱਚ ਮੈਂ ਦਾਅਵੇ ਨਾਲ ਕਹਿ ਸਕਦਾ, ਦਾਅਵੇ ਨਾਲ ਕਹਿ ਰਿਹਾ, ਮੈਂ ਦਾਵਾ ਲਫ਼ਜ਼ ਵਰਤ ਰਿਹਾ, 99.99% ਲੋਕਾਂ ਨੇ ਉਹਦੀ ਸ਼ਕਲ ਵੀ ਨਹੀਂ ਵੇਖੀ ਹੋਣੀ ਅਜੇ ਤੱਕ। 99.99% ਸਿੱਖਾਂ ਨੇ ਉਹ ਸਰਬਲੋਕ ਗ੍ਰੰਥ ਦੀ ਸ਼ਕਲ ਵੀ ਨਹੀਂ ਵੇਖੀ ਹੋਣੀ। ਉਹਦੀ ਮਹੱਤਤਾ ਕੀ ਫਿਰ? ਨਹੀਂ, ਹੁਣ ਉਹਦੇ ਗੱਲ ਬਣਾ ਕੇ ਕਿ ਸਰਬਲੋਕ ਗ੍ਰੰਥ ਦੀ ਬੇਅਦਬੀ ਕੀਤੀ, ਚਾਹੀਦਾ ਤੇ ਇਹ ਸੀ ਜੇ ਉਹਨੇ ਬੇਅਦਬੀ ਕੀਤੀ ਹੈ ਤੇ ਉਹਨੂੰ ਪਕੜ ਕੇ ਰੱਖਿਆ ਜਾਂਦਾ ਤਾਂ ਕਿ ਲੋਕਾਂ ਦੇ ਸਾਹਮਣੇ ਐਡਮਿਟ ਕਰਦਾ ਕਿ ਹਾਂ ਮੈਂ ਕੀਤਾ, ਜਾਂ ਦੱਸਦਾ ਮੈਨੂੰ ਕਿੰਨੇ ਭੇਜਿਆ। ਉਹਨੂੰ ਮਾਰ ਕੇ ਤਾਂ ਸਾਰਾ ਐਵੀਡੈਂਸ ਖਤਮ ਕਰ ਦਿੱਤਾ ਗਿਆ। ਅੱਜ ਜਿਹੜੀ ਗੱਲ ਸਾਹਮਣੇ ਆ ਰਹੀ ਹੈ, ਜਿਸ ਤਰ੍ਹਾਂ ਅਮਨ ਸਿੰਘ ਦੀਆਂ ਫੋਟੋ ਨਸ਼ਰ ਹੋਈਆਂ ਨੇ ਕਿ ਉਹਨੇ ਬੀਜੇਪੀ ਦੇ ਮਿਨਿਸਟਰਾਂ ਦੇ ਨਾਲ ਮੀਟਿੰਗਾਂ ਕੀਤੀਆਂ, ਉੱਥੋਂ ਤੇ ਇਹ ਸੋਚਣਾ ਪੈ ਰਿਹਾ ਕਿ ਕਿਤੇ ਇਹ ਸਾਰੀ ਸਾਜ਼ਿਸ਼ ਹੀ ਕਿਸਾਨ ਮੋਰਚੇ ਨੂੰ ਖਰਾਬ ਕਰਨ ਦੇ ਵਾਸਤੇ। ਕਿਸਾਨ ਮੋਰਚੇ ਦੀ ਸਭ ਤੋਂ ਵੱਡੀ ਕਾਮਯਾਬੀ ਇਹ ਹੈ ਕਿ ਇੰਨਾ ਲੰਬਾ ਮੋਰਚਾ ਅੱਜ ਤੱਕ ਹਿੰਸਕ ਨਹੀਂ ਹੋਇਆ, ਸ਼ਾਂਤਮਈ ਰਿਹਾ। ਇਹਦੀ ਸਭ ਤੋਂ ਵੱਡੀ ਕਾਮਯਾਬੀ ਹੈ। ਔਰ ਇਸ ਮੋਰਚੇ ਦੀ ਦੁਨੀਆ ਦੇ ਵਿੱਚ ਚਰਚਾ ਹੋ ਰਹੀਆਂ ਨੇ ਵੀ 10 ਮਹੀਨੇ ਤੋਂ ਉੱਤੇ ਹੋ ਗਏ, 10 ਮਹੀਨੇ ਤੋਂ ਉੱਤੇ ਹੋਣ ਦੇ ਬਾਵਜੂਦ ਉਹ ਮੋਰਚਾ ਜਿਹੜਾ ਪੀਸਫੁਲ ਹੈ। ਇਹ ਢਾਲ ਆ ਗਿਆ, ਇਹ ਢਾਲਾਨ ਵਾਸਤੇ ਕੀਤਾ ਗਿਆ ਜਾਂ ਹੋ ਗਿਆ? ਦੇਖੋ ਗੱਲ ਇਹ ਹੈ, ਇਹਦੇ ਨਾਲ ਇੱਕ ਪੱਖ ਤਾਂ ਸਾਹਮਣੇ ਆ ਗਿਆ ਨਾ, ਹਿੰਸਕ ਰੂਪ ਆ ਗਿਆ ਸਾਹਮਣੇ। ਹੁਣ ਕਿਸਾਨ ਆਗੂਆਂ ਨੇ ਬੜੀ ਸਮਝਦਾਰੀ ਦੀ ਗੱਲ ਕੀਤੀ ਹੈ ਔਰ ਉਹ ਅਸਲੀਅਤ ਇਹ ਹੈ ਵੀ ਇਹਨਾਂ ਦਾ ਕਿਸਾਨ ਮੋਰਚੇ ਨਾਲ ਸੰਬੰਧ ਕੋਈ ਨਹੀਂ ਇਸ ਕਾਰਵਾਈ ਦਾ, ਇਸ ਐਕਸ਼ਨ ਦਾ। ਲੇਕਿਨ ਇਹ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਕਿ ਕੀ ਭਾਰਤ ਸਰਕਾਰ ਇਸ ਪੱਧਰ ਤੇ ਜਾ ਸਕਦੀ ਹੈ। ਇਹਦੀ ਬੜੀ ਹਾਈ ਲੈਵਲ ਇਨਵੈਸਟੀਗੇਸ਼ਨ ਹੋਣੀ ਬੜੀ ਜ਼ਰੂਰੀ ਹੈ, ਹਾਈ ਲੈਵਲ ਇਹਦੀ ਖੋਜ ਹੋਣੀ ਬੜੀ ਜ਼ਰੂਰੀ ਹੈ ਕਿ ਕੀ ਸਰਕਾਰ ਇਸ ਲੈਵਲ ਤੇ ਜਾ ਸਕਦੀ ਹੈ ਕਿ ਇਸ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਦੇ ਵਾਸਤੇ, ਇਹੋ ਜਿਹਾ ਕਰਨ ਦੇ ਵਾਸਤੇ ਉੱਥੇ ਬੰਦਾ ਮਰਵਾਤਾ ਜਾਏ ਤੇ ਇਹੋ ਜਿਹਾ ਤਰੀਕੇ ਨਾਲ ਮਰਵਾਇਆ ਜਾਏ ਕਿ ਦੁਨੀਆ ਦੇ ਵਿੱਚ ਜਿਹੜਾ ਉਹਦੀ ਬਦਨਾਮੀ ਹੋਵੇ। ਅੱਛਾ ਖਾਲਸਾ ਜੀ, ਜੇ ਵਿਅਕਤੀ ਉੱਥੇ ਮਰ ਗਿਆ, ਉਹਨੂੰ ਟੰਗ ਦਿੱਤਾ ਮਾਰ ਕੇ, ਉੱਥੇ ਕੱਲ੍ਹ ਨੂੰ ਕੋਈ ਵੀ ਗ੍ਰੰਥ ਜਾਂ ਹੋਰ ਵੀ ਭਾਰਤ ਵਿੱਚ ਅਲੱਗ-ਅਲੱਗ ਜਾਤ ਦੇ ਲੋਕ ਰਹਿੰਦੇ ਨੇ, ਕੱਲ੍ਹ ਨੂੰ ਫਿਰ ਇਹ ਤਰੀਕਾ ਸਹੀ ਹੈ ਨਿਆਂ ਲੈਣ ਦਾ? ਕਿਸੇ ਦੀ ਕੋਈ ਵੀ ਗ੍ਰੰਥ ਦੀ ਜਾਂ ਕਿਸੇ ਵੀ ਕੋਈ ਵੀ ਚੀਜ਼ ਦੀ ਬੇਅਦਬੀ ਹੁੰਦੀ ਹੈ, ਕੱਲ੍ਹ ਨੂੰ ਸਾਰੇ ਕਹਿ ਦੇਣਗੇ ਵੀ ਠੀਕ ਹੈ ਸਾਡੀ ਵੀ ਇਸ ਚੀਜ਼ ਦੀ ਬੇਅਦਬੀ ਕੀਤੀ, ਅਸੀਂ ਮਾਰ ਕੇ ਟੰਗ ਤਾ, ਅਸੀਂ ਇਨਸਾਫ ਲੈ ਲਿਆ। ਫਿਰ ਡੈਮੋਕ੍ਰੇਸੀ ਤਾਂ ਨਹੀਂ ਰਹੀ ਨਾ। ਜੇ ਡੈਮੋਕ੍ਰੇਸੀ ਵਿੱਚ ਤੁਸੀਂ ਰੱਖਦੇ ਹੋ ਭਰੋਸਾ ਤਾਂ ਫਿਰ ਤੁਸੀਂ ਤਾਂ ਹੀ ਤਾਂ ਰਹਿਦੇ ਹੋ ਫਿਰ। ਨਹੀਂ ਦੇਖੋ, ਮੈਂ ਤੁਹਾਨੂੰ ਦੱਸਿਆ ਤੇ ਪੱਖ ਦੋ ਨੇ। ਜਿਹੜਾ ਸਿਧਾਂਤਕ ਪੱਖ ਹੈ ਉਹ ਤੁਹਾਨੂੰ ਮੈਂ ਪਹਿਲਾਂ ਦੱਸਿਆ। ਜਿਸ ਵੇਲੇ ਨਿਆਂ ਨਹੀਂ ਮਿਲੇਗਾ, ਇੱਥੇ ਮੈਂ ਗੱਲ ਸਿੱਖ ਕੌਮ ਦੀ ਕਰ ਰਿਹਾ। 2015 ਤੋਂ ਬੇਅਦਬੀਆਂ ਹੋ ਰਹੀਆਂ ਨੇ, 6 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ, ਅਜੇ ਤੱਕ ਲਗਾਤਾਰ ਸਿਲਸਿਲਾ ਚੱਲੀ ਜਾ ਰਿਹਾ, ਉਹਨੂੰ ਠੱਲ ਨਹੀਂ ਪਈ। ਔਰ ਉਸ ਤੋਂ ਦੁਖਦਾਈ ਗੱਲ ਹੈ ਕਿ ਇੱਕ ਵੀ ਕੇਸ ਦੇ ਵਿੱਚ ਸਜ਼ਾ ਨਹੀਂ ਹੋਈ ਅਜੇ ਤੱਕ। ਕੁਰਾਨ ਸ਼ਰੀਫ ਵੀ ਤਾਂ ਬੇਅਦਬੀ ਹੋਈ ਸੀ ਮਲੇ ਕੋਟਲੀ, ਤੁਹਾਨੂੰ ਯਾਦ ਹੋਣਾ, ਇਨਸਾਫ ਤਾਂ ਉਸ ਵਿੱਚ ਵੀ ਨਹੀਂ ਮਿਲਿਆ। ਫਿਰ ਕੱਲ੍ਹ ਨੂੰ ਤਾਂ ਉਹ ਵੀ ਕਹਿ ਸਕਦੇ ਨੇ ਕਿਸੇ ਨੂੰ ਮਾਰ ਕੇ ਵੀ ਅਸੀਂ ਇਨਸਾਫ ਲੈ ਲਿਆ। ਕਹਿਣ ਦੀ ਗੱਲ ਨਹੀਂ, ਇਹ ਭਾਵੁਕਤਾ ਹੈ। ਮੈਂ ਹੁਣੇ ਕਿਹਾ ਕਿ ਕਿਸਾਨ ਮੋਰਚੇ ਦੇ ਵਿੱਚ ਅਜੇ ਤੱਕ ਜਿਹੜਾ ਵਾਇਲੈਂਸ ਨਹੀਂ ਹੋਈ, ਠੀਕ ਹੈ ਨਾ ਜੀ। ਲੇਕਿਨ ਯੂਪੀ ਦੇ ਵਿੱਚ ਹੁਣ ਜਿਹੜੇ ਮਿਨਿਸਟਰ ਦੇ ਮੁੰਡੇ ਨੇ ਕਿਸਾਨਾਂ ਦੇ ਉੱਤੇ ਗੱਡੀ ਚੜ੍ਹਾਤੀ, ਉਹਦੀ ਸਾਹਮਣੇ ਵੀਡੀਓ ਆਈ ਹੈ। ਉਹਦੇ ਵਿੱਚ ਜਿਹੜਾ 3 ਬੀਜੇਪੀ ਦੇ ਬੰਦੇ ਮਾਰੇ ਗਏ ਨੇ, 2 ਬੀਜੇਪੀ ਦੇ ਵਰਕਰ ਸੀ, ਇੱਕ ਡਰਾਈਵਰ ਸੀ ਗੱਡੀ ਦਾ। ਉਹਨੂੰ ਤੁਸੀਂ ਕਿਸਾਨ ਮੋਰਚੇ ਦੇ ਵਾਇਲੈਂਸ ਨਾਲ ਨਹੀਂ ਜੋੜ ਸਕਦੇ। ਉਹ ਇੰਸਟੈਂਟ ਇਫੈਕਟ ਹੈ ਉਹਦਾ, ਰਿਐਕਸ਼ਨ ਔਨ ਦੀ ਸਪੋਟ ਗੱਲ, ਔਨ ਦਾ ਸਪੋਟ ਰਿਐਕਸ਼ਨ ਹੈ। ਅਸੀਂ ਆਮ ਤੌਰ ਤੇ ਵੇਖੀਏ, ਮੈਂ ਇੱਕ ਵਾਰੀ ਇੱਥੋਂ ਜਾ ਰਿਹਾ ਸੀ ਅੰਮ੍ਰਿਤਸਰ, ਜਲੰਧਰ ਮੇਰਾ ਐਕਸੀਡੈਂਟ ਹੋ ਗਿਆ। ਮੈਂ ਬੜਾ ਕਾਮ ਰਹਿਣ ਵਾਲਾ ਬੰਦਾ, ਨਵੀਂ ਮੈਂ ਗੱਡੀ ਲਈ ਸੀ ਤੇ ਪਿੱਛੋਂ ਕਿਸੇ ਨੇ ਲਿਆ ਕੇ ਠਾ ਕਰਕੇ ਠੋਕੀ। ਲਾਲ ਲਾਈਟਾਂ ਤੇ ਖੜਾ ਸਾਂ ਮੈਂ, ਰੈੱਡ ਲਾਈਟ ਹੋ ਗਈ, ਮੈਂ ਖਲੋ ਗਿਆ, ਉਹ ਖਲੋਤਾ ਨਹੀਂ, ਉਹਨੇ ਪਿੱਛੇ ਆ ਕੇ ਗੱਡੀ ਠੋਕਤੀ। ਹੁਣ ਮੈਂ ਇੱਕਦਮ ਗੱਡੀ ਚੋਂ ਨਿਕਲਿਆ, ਜਾ ਕੇ ਫਟਾਫਟ ਡਰਾਈਵਰ ਨੂੰ ਫੜਿਆ ਤੇ ਮੈਂ ਉਹਨੂੰ ਕੁੱਟਣਾ ਸ਼ੁਰੂ ਕਰਤਾ। ਮੈਨੂੰ 2 ਮਿੰਟ ਬਾਅਦ ਧਿਆਨ ਆਇਆ ਵੀ ਮੈਂ ਕੀ ਬੇਵਕੂਫੀ ਕਰ ਰਿਹਾ। ਇਹ ਇੰਸਟੈਂਟ ਰਿਐਕਸ਼ਨ ਹੁੰਦਾ ਜਿਹਨੂੰ ਤੁਸੀਂ ਉਹਦੇ ਨਾਲ ਨਹੀਂ ਜੋੜ ਸਕਦੇ। ਉਹ ਹਾਲਾਤ 'ਤੇ ਡਿਪੈਂਡ ਕਰਦਾ, ਉਸ ਵੇਲੇ ਕੀ ਹਾਲਾਤ ਨੇ, ਕੌਣ ਹੈ ਉੱਥੇ ਕੋਲ, ਉਹ ਉਹਦੇ ਨਾਲ ਕਿੰਨਾ ਕੁ ਜੁੜਿਆ ਹੋਇਆ। ਲੇਕਿਨ ਇੱਥੇ ਜਿਹੜਾ ਸਾਹਮਣੇ ਆ ਰਿਹਾ ਨਾ, ਇਹ ਜਿਹੜੀ
ਫੋਟੋ ਆਈਆਂ ਨੇ ਸਾਹਮਣੇ, ਇਹਨੇ ਬਹੁਤ ਕੁਝ ਸੋਚਣ ਲਈ ਸਮਝਣ ਲਈ ਮਜਬੂਰ ਕਰ ਦਿੱਤਾ। ਉਹਦੇ ਬਾਅਦ ਅਮਨ ਸਿੰਘ ਜਿਹੜੇ ਬਿਆਨ ਦੇ ਰਿਹਾ, ਉਹ ਘੜੀ ਘੜੀ ਮਿਨਿਸਟਰਾਂ ਨੂੰ ਗਾਲਾਂ ਕੱਢ ਕੇ ਇਹ ਕਹਿ ਕੇ ਫੋਟੋ ਦਾ ਕੀ ਹੈ, ਫੋਟੋ ਮੋਦੀ ਨਾਲ ਪਾ ਦਿਓ, ਫੋਟੋ ਉਹਦੇ ਨਾਲ ਪਾ ਦਿਓ। ਨਾਲੇ ਉਹ ਮੰਨ ਰਿਹਾ ਕਿ ਹਾਂ ਮੈਂ ਗਿਆ, ਮੈਂ ਫੋਟੋ ਖਿੱਚਾ, ਮੇਰੀ ਅਸਲੀ ਫੋਟੋ ਹੈ, ਉਹਦੇ 'ਚ ਨਹੀਂ। ਉਹ ਸਾਰੀ ਗੱਲ ਨੂੰ ਘੁਮਾਉਣ ਦੀ ਕੋਸ਼ਿਸ਼ ਕਰ ਰਿਹਾ, ਜਿੱਥੋਂ ਹੋਰ ਸ਼ੰਕਾ ਪੈਦਾ ਹੁੰਦਾ। ਕੁਝ ਗੱਲਾਂ ਬੜੀਆਂ ਸਮਝਣ ਵਾਲੀਆਂ ਨੇ ਕਿ ਅਮਨ ਸਿੰਘ ਕਿਸਾਨ ਜਥੇਬੰਦੀਆਂ ਦਾ ਨੁਮਾਇੰਦਾ ਹੈ, ਉਹਨਾਂ ਕੋਲੋਂ ਕੋਈ ਪਰਮਿਸ਼ਨ ਲੈ ਕੇ ਗਿਆ, ਉਹਨਾਂ ਦਾ ਲੀਡਰ ਹੈ ਕਿ ਇਹ ਜੋ ਫੈਸਲਾ ਕਰ ਆਏਗਾ ਠੀਕ ਹੈ, ਇਹ ਜਾ ਕੇ ਉੱਥੇ ਫੈਸਲਾ ਕਰ ਆਵੇ ਵੀ ਅਸੀਂ ਵਾਪਸ ਜਾਂਦੇ ਹਾਂ। ਕੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦਾ ਨੁਮਾਇੰਦਾ ਹੈ? ਕੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨੂੰ ਇਹ ਪਾਵਰ ਦਿੱਤੀ ਵੀ ਤੂੰ ਜਾ ਕੇ ਗੱਲ ਕਰ ਰਿਹਾ? ਉਹ ਕਹਿਣਗੇ ਤੇ ਆਪਾਂ ਆਪਣਾ ਸੌਦਾ ਬਣ ਗਿਆ ਤੇ ਉੱਠ ਜਾਾਂਗੇ। ਫਿਰ ਜਿਹੜੀ ਉਹ ਆਪਣੀ ਔਕਾਤ ਦੱਸ ਰਿਹਾ ਕਿ ਮੈਨੂੰ 10 ਲੱਖ ਰੁਪਇਆ ਦਿੱਤਾ ਗਿਆ, ਅੱਜ ਕੱਲ੍ਹ 10 ਲੱਖ ਰੁਪਏ ਦੇ ਵਿੱਚ ਤੇ ਜਿਹੜਾ ਹੈ ਨਾ ਕੁਝ ਵੀ ਨਹੀਂ ਵਿਕਦਾ। ਜ਼ਮੀਰ ਤਾਂ ਬਹੁਤ ਵੱਡੀ ਕੀ ਚੀਜ਼ ਹੈ। ਇਹ ਸਾਰੀਆਂ ਗੱਲਾਂ ਇੱਕ ਪਤਾ ਲੱਗ ਰਿਹਾ ਕਿ ਇਹ ਬੰਦਾ ਗੱਲਾਂ ਨੂੰ ਹੁਣ ਘੁਮਾ ਕੇ ਤੇ ਆਪਣੇ ਆਪ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਸ ਵਾਸਤੇ ਇਸ ਗੱਲ ਦੀ ਪੂਰੀ ਖੋਜ ਹੋਣੀ ਜਿਹੜੀ ਹੈ ਨਾ ਉਹ ਬੜੀ ਜ਼ਰੂਰੀ ਹੈ। ਤਸਵੀਰਾਂ ਵਾਇਰਲ ਹੋਈਆਂ ਕਿ ਕਰਵਾਈਆਂ ਗਈਆਂ? ਕਿਆ ਬੀਜੇਪੀ ਨੇ ਇੱਕ ਤੀਨਾ ਦੋਸ਼ਕਾਦ ਕੀਤੇ ਨੇ? ਜਿਹੜੇ ਸਵਾਲ ਬੀਜੇਪੀ ਨੂੰ ਹੁੰਦੇ ਸੀ, ਅੱਜ ਆਹੀ ਸਵਾਲ ਪੰਜਾਬ ਦੇ ਲੋਕ ਇੱਕ ਦੂਜੇ ਨੂੰ ਕਰਦੇ ਨੇ। ਕੋਈ ਕਹਿੰਦਾ ਵੀ ਨਿਹੰਗ ਸਹੀ ਨੇ, ਕੋਈ ਕਹਿੰਦਾ ਗਲਤ ਹੈ, ਕੋਈ ਕਹਿੰਦਾ ਵੀ ਉਹਨਾਂ ਨੇ ਸਹੀ ਕੀਤਾ, ਕੋਈ ਕਹਿੰਦਾ ਨਹੀਂ ਸਹੀ ਕੀਤਾ। ਤੁਸੀਂ ਜਿਵੇਂ ਦੱਸ ਰਹੇ ਹੋ ਵੀ ਦੋ ਅਲੱਗ-ਅਲੱਗ ਤਰੀਕੇ ਨਾਲ ਗੱਲ ਕੀਤੀ ਜਾ ਸਕਦੀ ਹੈ, ਫਿਰ ਬੀਜੇਪੀ ਦੇ ਤਸਵੀਰਾਂ ਵਾਇਰਲ ਕਰਵਾਈਆਂ ਕਿ ਸਾਰਾ ਹੁਣ ਜਿਹੜਾ ਦਬਾਅ ਹੈ ਪੰਜਾਬ ਦੇ ਲੋਕ ਆਪਸ ਵਿੱਚ ਹੀ ਲੜਨ, ਆਪਸ ਵਿੱਚ ਵੀ ਇੱਕ ਦੂਜੇ ਨੂੰ ਸਵਾਲ ਕਰਨ, ਤਸਵੀਰਾਂ ਵਾਇਰਲ ਹੋ ਗਈਆਂ। ਨਹੀਂ ਦੇਖੋ, ਇਹਦੀਆਂ ਸਿਰਫ ਸਪੈਕੂਲੇਸ਼ਨਸ ਲਗਾਈਆਂ ਜਾ ਸਕਦੀਆਂ, ਅੰਦਾਜ਼ੇ ਲਗਾਏ ਜਾ ਸਕਦੇ ਨੇ। ਇਹ ਕੋਈ ਵੀ ਨਹੀਂ ਕਹਿ ਸਕਦਾ ਵੀ ਕਰਾਈਆਂ ਜਾਂ ਹੋਈਆਂ। ਇਹ ਤੇ ਜਿੱਥੋਂ ਆਈਆਂ ਉੱਥੋਂ ਹੀ ਪਤਾ ਨਿਕਲੇ ਗੱਲ ਤਾਂ, ਕਿਉਂਕਿ ਸਭ ਤੋਂ ਪਹਿਲਾਂ ਜਿਹੜੀਆਂ ਪੰਜਾਬੀ ਟ੍ਰਿਬਿਊਨ 'ਚ ਛਪੀਆਂ, ਪੰਜਾਬੀ ਟ੍ਰਿਬਿਊਨ ਨਾਲ ਨੇ ਕਿਹਾ ਕਿ ਸਾਡੇ ਕੋਲ 3 ਫੋਟੋ ਹੈਗੀਆਂ ਇਹ ਸੀਰੀਜ਼ ਦੀਆਂ। ਹੁਣ ਉਹਦਾ ਇੰਪੋਰਟੈਂਸ ਨਹੀਂ ਹੈ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਆਪਸ 'ਚ ਲੜਨ ਕਰਨ, ਉਹ ਤਾਂ ਜਿਸ ਵੇਲੇ ਦੋ ਸੋਚ ਦੇ ਲੋਕ ਹੁੰਦੇ ਨੇ। ਹੁਣ 26 ਜਨਵਰੀ ਵਾਲੀ ਜਿਹੜਾ ਕੇਸ ਹੈ, ਜਦੋਂ 26 ਜਨਵਰੀ ਨੂੰ ਲਾਲ ਕਿਲ੍ਹੇ ਦੇ ਉੱਤੇ ਗਏ ਨੇ, ਉਹਦੇ ਵਿੱਚ ਵੀ ਤਾਂ 2 ਧਿਰਾਂ ਬਣੀਆਂ ਨੇ। ਇੱਕ ਧਿਰ ਜਿਹੜੀ ਗਈ ਉਹ ਅੱਜ ਵੀ ਜਸਟੀਫਾਈ ਕਰਦੀ ਹੈ। ਅਸੀਂ ਉਦੋਂ ਵੀ ਕਹਿੰਦੇ ਸਾਂ ਗਲਤ ਹੋਇਆ, ਅੱਜ ਵੀ ਕਹਿੰਦੇ ਹਾਂ ਗਲਤ ਹੋਇਆ, ਕਿਉਂਕਿ ਕਿਸਾਨ ਮੋਰਚੇ ਦੀ ਪ੍ਰੋਗਰਾਮ ਦੇ ਵਿੱਚ ਨਹੀਂ ਸੀ। ਕੋਈ ਵੀ ਸੰਘਰਸ਼, ਕੋਈ ਵੀ ਐਜੀਟੇਸ਼ਨ ਲੀਡਰਾਂ ਤੋਂ ਬਾਹਰ ਜਾ ਕੇ ਕਾਮਯਾਬ ਨਹੀਂ ਹੋ ਸਕਦੀ। ਜਿਵੇਂ ਕੁਝ ਨਿਹੰਗ ਆਗੂਆਂ ਨੇ ਕਿਹਾ ਕਿ ਅਸੀਂ ਤਾਂ ਕਿਸਾਨਾਂ ਵਾਸਤੇ ਬੈਠੇ ਹਾਂ ਤੇ ਕਿਸਾਨ ਲੀਡਰਸ਼ਿਪ ਦੀ ਮੰਨਦੇ ਨਹੀਂ ਹੋ। ਫਿਰ ਤੁਸੀਂ ਕਿਸਾਨਾਂ ਵਾਸਤੇ ਕਿਸ ਤਰ੍ਹਾਂ ਬੈਠੇ ਹੋ? ਕਿਉਂ ਬੈਠੇ ਹੋ ਸਕਦੇ ਨੇ? ਕਿਉਂ ਬੈਠੇ ਹੋ? ਨਹੀਂ, ਤੁਸੀਂ ਆਪਣੀ ਇੰਪੋਰਟੈਂਸ ਬਣਾਉਣਾ ਚਾਹੁੰਦੇ ਹੋ ਤੇ ਕਿਸਾਨ, ਇਹਦਾ ਮਤਲਬ ਹੈ ਵੀ ਕੱਲ੍ਹ ਨੂੰ ਤੁਸੀਂ ਕੋਈ ਫੈਸਲਾ ਕਰ ਆਓ ਆਪਣੇ ਤੌਰ ਤੇ ਵੀ ਅਸੀਂ ਤਾਂ ਕਿਸਾਨਾਂ ਦੇ ਨਾਲ ਹੀ ਨਹੀਂ, ਤੇ ਉਹਦੀ ਢਾਹ ਤਾਂ ਕਿਸਾਨ ਮੋਰਚੇ ਨੂੰ ਲੱਗੇਗੀ। ਜਿਹੜਾ ਇਹਨੂੰ ਬੁਲਾਇਆ ਗਿਆ, ਕਾਹਦੇ ਲਈ ਬੁਲਾਇਆ ਗਿਆ? ਉਹ ਤਾਂ ਕਹਿੰਦੇ ਵੀ ਅਸੀਂ ਤਾਂ ਗੱਲ ਕਰਨ ਗਏ ਸੀ ਬੇਅਦਬੀ ਉੱਤੇ 2015 ਤੋਂ ਹੋ ਰਹੀ ਹੈ, ਚਿੱਠੀਆਂ ਵੀ ਕਹਿੰਦੇ ਲਿਖੀਆਂ ਨੇ, ਅਸੀਂ ਉਸ ਲਈ ਗਏ ਸੀ। ਹੁਣ ਸਵਾਲ ਹੈ ਜੇ ਗਏ ਸੀ ਤਾਂ ਮੀਡੀਆ ਨੂੰ ਆ ਕੇ ਦੱਸਣਾ ਸੀ ਨਾ, ਇਹ ਚਿੱਠੀਆਂ ਲਿਖੀਆਂ ਨੇ। ਕੋਈ ਵਿਅਕਤੀ ਚਿੱਠੀ ਲਿਖਦਾ ਹੈ ਸਰਕਾਰ ਨੂੰ ਤਾਂ ਲਗਭਗ ਸਾਰੇ ਵਿਅਕਤੀ ਮੀਡੀਆ 'ਚ ਆ ਕੇ ਕਹਿ ਦਿੰਦੇ ਨੇ ਵੀ ਚਿੱਠੀ ਲਿਖੀ, ਅਸੀਂ ਮੰਗ ਕੀਤੀ ਹੈ। ਸਰ ਤੁਸੀਂ ਕਹਿ ਰਹੇ ਹੋ ਕਿ ਆ ਕੇ ਦੱਸਣਾ ਚਾਹੀਦਾ ਸੀ। ਮੈਂ ਕਹਿੰਦਾ ਜਾਣ ਤੋਂ ਪਹਿਲੇ ਦੱਸਣਾ ਚਾਹੀਦਾ ਸੀ ਕਿ ਅਸੀਂ ਇਹ ਚਿੱਠੀਆਂ ਲਿਖੀਆਂ ਸੀ, ਸਾਨੂੰ ਹੁਣ ਸਰਕਾਰ ਵੱਲੋਂ ਸੱਦਾ ਆ ਰਿਹਾ, ਅਸੀਂ ਗੱਲ ਕਰਨ ਲਈ ਜਾ ਰਹੇ ਹਾਂ ਔਰ ਇਸ ਮੁੱਦੇ ਤੇ ਜਾ ਰਹੇ ਹਾਂ, ਬੇਅਦਬੀਆਂ ਦੇ ਮੁੱਦੇ ਤੇ ਜਾ ਰਹੇ ਹਾਂ, ਕਿਸਾਨੀ ਮੁੱਦੇ ਤੇ ਨਹੀਂ ਜਾ ਰਹੇ, ਤਾਂ ਕਿ ਇਹ ਅੱਜ ਭੁਲੇਖੇ ਵਾਲੀ ਗੱਲ ਹੀ ਨਹੀਂ ਰਹਿੰਦੀ। ਇਹ ਆ ਕੇ ਦੱਸਣਾ ਵੀ ਠੀਕ ਸੀ, ਪਰ ਜਾਣ ਤੋਂ ਪਹਿਲੇ ਦੱਸਣਾ ਚਾਹੀਦਾ ਸੀ ਕਿ ਸਾਨੂੰ ਸੱਦਾ ਪੱਤਰ ਆਇਆ, ਸਾਨੂੰ ਬੁਲਾਇਆ ਜਾ ਰਿਹਾ, ਅਸੀਂ ਜਿਹੜਾ ਉੱਥੇ ਜਾ ਰਹੇ ਹਾਂ ਗੱਲਬਾਤ ਕਰਨ ਦੇ ਵਾਸਤੇ। ਫਿਰ ਅੱਜ ਕੋਈ ਸਵਾਲ ਨਹੀਂ ਸੀ ਉੱਠਣਾ, ਫਿਰ ਸਭ ਕੁਝ ਠੀਕ ਸੀ। ਲੇਕਿਨ ਅੱਜ ਹਰ ਚੀਜ਼ ਸਵਾਲਾਂ ਦੇ ਘੇਰੇ 'ਚ ਆ ਗਈ ਹੈ, ਜਿਹਦੇ ਵਾਸਤੇ ਇੱਕ ਬੜੀ ਗਹਿਰੀ ਖੋਜ ਦੀ ਲੋੜ ਹੈ, ਜਿਹੜੀ ਮੈਂ ਸਮਝਣਾ ਨਹੀਂ ਹੋਣੀ। ਕਿਉਂ ਨਹੀਂ ਹੋਣੀ? ਕਿਉਂਕਿ ਜਿੱਥੇ ਗਵਰਨਮੈਂਟ ਹੀ ਇਨਵੋਲਵਡ ਹੈ, ਆਪ ਸਰਕਾਰ ਨੇ ਬੁਲਾਇਆ ਉਹਨੂੰ, ਸਰਕਾਰ ਆਪ ਹੀ ਇਨਵੋਲਵਡ ਹੈ, ਤੇ ਫਿਰ ਉਹਦੀ ਖੋਜ ਕਾਹਦੀ ਹੋਣੀ ਹੈ, ਕਿੰਨੇ ਕਰਨੀ ਹੈ? ਇਹ ਤਾਂ ਕੋਈ ਆਪੋਜੀਸ਼ਨ ਵਾਲੇ ਹੁੰਦੇ ਤੇ ਹੁਣ ਤੱਕ ਪਤਾ ਨਹੀਂ ਕਿੰਨੀਆਂ ਏਜੰਸੀਆਂ ਲਾਤੀਆਂ ਹੁੰਦੀਆਂ ਕਿ ਇਹਨਾਂ ਦੀ ਖੋਜ ਕਰੋ। ਸਰਕਾਰ ਤੇ ਜਿਹੜਾ ਉਹਨੂੰ ਪਰਦਾ ਪਾਉਣ ਦੀ ਕੋਸ਼ਿਸ਼ ਕਰੇਗੀ, ਇਹਨੂੰ ਕਿਸਾਨਾਂ ਦੇ ਖਿਲਾਫ ਬਣਾਉਣ ਦੀ ਕੋਸ਼ਿਸ਼ ਕਰੇਗੀ, ਜਿਹੜੀ ਕਿ ਵਿਅਰਥ ਕੋਸ਼ਿਸ਼ ਹੈ। ਕਿਸਾਨ ਆਪਣੀ ਜਗ੍ਹਾ ਤੇ ਅਡਿੱਗ ਨੇ, ਮੋਰਚਾ ਆਪਣੀ ਜਗ੍ਹਾ ਤੇ ਅਡਿੱਗ ਹੈ। ਮੈਂ ਕੋਈ ਉਹਨਾਂ ਦਾ ਰਿਪਰੈਜ਼ੈਂਟੇਟਿਵ ਬਣ ਕੇ ਨਹੀਂ ਗੱਲ ਕਰ ਰਿਹਾ, ਮੈਂ ਉਹਨਾਂ ਦਾ ਨੁਮਾਇੰਦਾ ਹੀ ਨਹੀਂ ਹਾਂ, ਲੇਕਿਨ ਮੈਂ ਆਪਣੀ ਭਾਵਨਾ ਦੇ ਤੌਰ ਤੇ ਕਰ ਰਿਹਾ। ਔਰ ਇਹ ਸੱਚਾਈ ਜਿਹੜੀ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਇਸ ਵੇਲੇ ਆਮ ਭਾਰਤੀ ਬੰਦੇ ਦੀ ਲੜਾਈ ਜਿਹੜਾ ਕਿਸਾਨ ਲੜ ਰਹੇ ਨੇ।
ਖਾਲਸਾ ਜੀ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਰਿਐਕਸ਼ਨ ਔਨ ਦਾ ਸਪੋਰਟ ਹੋ ਜਾਣਾ, ਤੁਸੀਂ ਹੁਣ ਆਪਣਾ ਵੀ ਜ਼ਿਕਰ ਕੀਤਾ ਗੱਡੀ ਦਾ, ਜੇ ਕੱਲ ਨੂੰ ਕਿਤੇ ਵੀ ਇਸ ਤੇ ਕਹਿੰਦਾ ਵੀ ਬੇਅਦਬੀ ਹੁੰਦੀ ਹੈ, ਹੁਣ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਹੋ ਗਏ ਜਾਂ ਬਾਕੀ ਜੋ ਜ਼ਿਕਰ ਕਰ ਰਹੇ ਨੇ, ਹੋਰ ਵੀ ਗ੍ਰੰਥਾਂ ਦੇ ਜ਼ਿਕਰ ਕਰ ਰਹੇ ਨੇ, ਕੱਲ ਨੂੰ ਉਹਨਾਂ ਵਿੱਚੋਂ ਕਿਸੇ ਵੀ ਗ੍ਰੰਥ ਦਾ ਜੇ ਕੱਲ ਨੂੰ ਬੇਅਦਬੀ ਹੁੰਦੀ ਹੈ, ਜੇ ਕਿਸੇ ਨੇ ਔਨ ਦੀ ਸਪੋਰਟ ਬੰਦਾ ਮਾਰਤਾ, ਫਿਰ ਇਹ ਗੱਲ ਸਹੀ ਹੋਊਗੀ? ਤੁਸੀਂ ਉਹਨੂੰ ਜਸਟੀਫਾਈ ਨਹੀਂ ਕਰ ਸਕਦੇ। ਮੈਂ ਹੁਣੇ ਜਿਹੜੀ ਗੱਲ ਕਹੀ, ਬਿਆਨ ਸਿੰਘ ਸਤਵੰਤ ਸਿੰਘ ਆਲੀ ਉਹਨਾਂ ਇੰਦਰਾ ਗਾਂਧੀ ਨੂੰ ਮਾਰਿਆ, ਜਾਂ ਰਣਜੀਤ ਸਿੰਘ ਜਾਂ ਉਹਨਾਂ ਦੇ ਕਿਸੇ ਸਾਥੀ ਨੇ ਨਿਰੰਕਾਰੀ ਨੂੰ ਮਾਰਿਆ, ਉਹਨਾਂ ਦੀ ਭਾਵੁਕਤਾ ਦੇ ਵਿੱਚ ਕੌਮ ਦੇ ਵਾਸਤੇ ਇੱਕੋ ਗੱਲ ਠੀਕ ਹੋ ਸਕਦੀ ਵੀ ਨਿਆਂ ਨਹੀਂ ਮਿਲਿਆ, ਉਹਨਾਂ ਨੇ ਨਿਆਂ ਕਰਤਾ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਸਜ਼ਾ ਨਹੀਂ ਮਿਲੇਗੀ। ਰਣਜੀਤ ਸਿੰਘ ਜੇਲ੍ਹ 'ਚ ਰਹਿ ਕੇ ਆਇਆ, ਲੰਬਾ ਸਮਾਂ ਰਹਿ ਕੇ ਆਇਆ, ਇਹ ਫੜੇ ਗਏ ਨੇ। ਸਰਕਾਰ ਕਿਵੇਂ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ, ਆਉਣ ਵਾਲਾ ਸਮਾਂ ਦੱਸੇਗਾ, ਕਿਉਂਕਿ ਜੇ ਸਰਕਾਰ ਦੇ ਇਸ਼ਾਰੇ 'ਤੇ ਹੋਇਆ ਤਾਂ ਸਰਕਾਰ ਬਚਾਉਣ ਦੀ ਕੋਸ਼ਿਸ਼ ਕਰੇਗੀ। ਕੋਈ ਵੀ ਬੰਦਾ ਜਿਹੜਾ ਕੰਮ ਕਰੇਗਾ ਉਹਦੀ ਸਜ਼ਾ ਤੇ ਉਹਨੂੰ ਭੁਗਤਣੀ ਪਏਗੀ, ਲੇਕਿਨ ਆਪਣੀ ਭਾਵੁਕਤਾ 'ਚੋਂ ਉਹ ਉਸ ਵੇਲੇ ਇੰਸਟੈਂਟਲੀ ਕਰ ਸਕਦਾ ਹੈ। ਤੁਸੀਂ ਗੱਲਾਂ ਦੋ ਦੇ ਵਿੱਚ ਫਰਕ ਸਮਝੋ। ਜਸਟੀਫਿਕੇਸ਼ਨ ਨਹੀਂ ਹੈ ਕਿ ਉਹਨੇ ਠੀਕ ਕੀਤਾ ਕਿ ਗਲਤ ਕੀਤਾ, ਲੇਕਿਨ ਭਾਵੁਕਤਾ ਦੇ ਵਿੱਚੋਂ ਵਿਅਕਤੀ ਕਰ ਸਕਦਾ ਹੈ। ਮੈਂ ਉਹਨੂੰ ਉਸ ਵੇਲੇ ਕੁੱਟਣ ਨੂੰ ਪੈ ਗਿਆ, ਮੇਰਾ ਕੰਮ ਗੱਲ ਠੀਕ ਨਹੀਂ ਸੀ, ਲੇਕਿਨ ਮੈਂ ਆਪਣੀ ਭਾਵੁਕਤਾ 'ਚ ਕਰ ਗਿਆ। ਬਾਅਦ 'ਚ ਮੈਂ ਰਿਅਲਾਈਜ਼ ਕੀਤਾ ਵੀ ਨਹੀਂ, ਮੈਂ ਉਹਨੂੰ ਕਿਹਾ ਵੀ ਮੇਰਾ ਨੁਕਸਾਨ ਹੋਇਆ, ਕਹਿੰਦਾ ਜੀ ਮੈਂ ਮਾਲਕ ਨੂੰ ਬੁਲਾ ਲੈਣਾ, ਅਸੀਂ ਤੁਹਾਡਾ ਨੁਕਸਾਨ ਪੂਰਾ ਕਰ ਦਿੰਦੇ ਹਾਂ ਜਿੰਨਾ ਕਿ ਅਸੀਂ ਕਰ ਸਕਦੇ ਹਾਂ। ਉਹ ਗੱਲਬਾਤ ਚੱਲ ਪਈ। ਅਸਲ ਦੇ ਵਿੱਚ ਇਹੀ ਗੱਲ ਹੋਣੀ ਚਾਹੀਦੀ ਸੀ ਨਾ, ਪਹਿਲਾਂ ਹੀ ਹੋਣੀ ਚਾਹੀਦੀ ਸੀ, ਲੇਕਿਨ ਮੈਨੂੰ ਜਿਸ ਵੇਲੇ ਧੱਕਾ ਲੱਗਾ, ਮੇਰੀ ਨਵੀਂ ਗੱਡੀ ਸੀ, ਮੇਰੇ ਖਿਆਲ ਅਜੇ 15 ਦਿਨ ਨਹੀਂ ਸੀ ਹੋਏ, ਅਤੇ ਮੈਨੂੰ ਇਹ ਮਹਿਸੂਸ ਹੋਇਆ ਵੀ ਮੇਰੀ ਤਾਂ 15 ਲੱਖ ਦੀ ਗੱਡੀ ਭੰਨ ਦਿੱਤੀ ਇਹਨੇ, ਅਤੇ ਇੱਕਦਮ ਮੈਂ ਦੌੜ ਕੇ ਗਿਆ, ਜਾ ਕੇ ਉਹਨੂੰ ਕੁੱਟਣਾ ਸ਼ੁਰੂ ਕਰਤਾ। ਇਹ ਇੰਸਟੈਂਟ ਰਿਐਕਸ਼ਨ ਹਿਊਮਨ ਨੇਚਰ ਜਿਹੜਾ ਨਾ, ਉਹਦੀ ਗੱਲ ਦੱਸ। ਅੱਛਾ, ਹੁਣ ਜ਼ਿਕਰ ਆਉਂਦਾ ਹੋਰ ਗ੍ਰੰਥਾਂ ਦਾ ਵੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਉਹ ਨਿਹੰਗ ਸਿੰਘ ਕਹਿੰਦੇ ਨੇ ਵੀ ਅਸੀਂ ਦੋ ਹੋਰ ਵੀ ਜਿਨ੍ਹਾਂ ਨੂੰ ਉਹ ਨਾਮ ਦਿੰਦੇ ਨੇ ਗ੍ਰੰਥ ਹੈਗੇ ਨੇ, ਅਸੀਂ ਉਹ ਵੀ ਪ੍ਰਕਾਸ਼ ਕਰਨੇ ਤੇ ਅਸੀਂ ਉਹ ਵੀ ਉੱਥੇ ਰੱਖਦੇ ਹਾਂ। ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੋਰ ਵੀ ਗ੍ਰੰਥ ਦਿੱਤੀ ਜਾ ਸਕਦੀ ਹੈ? ਵਿਜੇ ਜੀ, ਸਭ ਤੋਂ ਕੀਮਤੀ ਸਵਾਲ ਤੁਸੀਂ ਹੁਣ ਕੀਤਾ। ਸਿੱਖਾਂ ਦਾ ਗੁਰੂ ਇੱਕ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਨਾਨਕ ਸਾਹਿਬ ਤੋਂ ਇੱਕ ਪਿਰਤ ਪਈ ਹੈ ਕਿ ਗੁਰੂ ਨੇ ਆਪਣੇ ਜਿਉਂਦੇ ਜੀ ਗੁਰਗੱਦੀ ਦਿੱਤੀ ਹੈ। ਸਾਰੇ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ 'ਚ ਗੁਰਗੱਦੀ ਦਿੱਤੀ, ਬਾਅਦ 'ਚ ਨਹੀਂ ਫੈਸਲਾ ਹੋਇਆ। ਗੁਰੂ ਨਾਨਕ ਸਾਹਿਬ ਨੇ ਆਪ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇ ਕੇ ਗੁਰੂ ਅੰਗਦ ਸਾਹਿਬ ਬਣਾਇਆ। ਗੁਰੂ ਅੰਗਦ ਸਾਹਿਬ ਨੇ ਆਪ ਆਪਣੇ ਜੀਵਨ 'ਚ, ਗੁਰਬਾਣੀ ਵਿੱਚ ਆਉਂਦਾ ਲਹਿਣਾ ਥਾਪਿਓਸ ਜੀਵਦਾ, ਆਪਣੇ ਜੀਂਦੇ ਜੀ ਲਹਿਣੇ ਨੂੰ ਥਾਪਤਾ। ਜਿਨ ਹੁੰਦੇ ਗੁਰੂ ਬਹਿ ਟਿਕਿਆ, ਤਿਸ ਜਨ ਕੀ ਵਡਿਆਈ ਵੱਡੀ ਹੋਈ। ਗੁਰੂ ਨੇ ਆਪਣੇ ਹੁੰਦਿਆਂ ਜਿਹਨੂੰ ਟਿਕਾ ਲਾਤਾ, ਉਹਦੀ ਵਡਿਆਈ ਵੱਡੀ ਹੋਈ। ਗੁਰਬਾਣੀ ਦੇ ਪ੍ਰਮਾਣ ਨੇ, ਮੈਂ ਬਾਹਰੋਂ ਨਹੀਂ ਗੱਲ ਕਰ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕਰਦਾ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਤੋਂ ਬਾਹਰ ਜਾ ਰਿਹਾ, ਨੰਬਰ 1। ਨੰਬਰ 2, ਜਿੰਨੀ ਬੇਅਦਬੀ ਇਹ ਹੈ ਕਿ ਉਹ ਅੰਕ ਪਾੜਦੇ ਨੇ ਜਾਂ ਇਹ ਬੇਅਦਬੀ ਕਰਨੀ, ਉਨੀ ਹੀ ਵੱਡੀ ਬੇਅਦਬੀ ਇਹ ਨਿਹੰਗ ਰੋਜ਼ ਕਰ ਰਹੇ ਨੇ। ਕੁਝ ਡੇਰਿਆਂ 'ਤੇ ਰੋਜ਼ ਕੀਤੀ ਜਾ ਰਹੀ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਦੂਸਰੇ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾ ਰਿਹਾ। 2 ਤਖਤਾਂ 'ਤੇ ਹੋ ਰਿਹਾ, ਲੇਕਿਨ ਉਹ ਦੋਨੋਂ ਤਖਤ ਉਹ ਨੇ ਜਿਹੜੇ ਪੰਜਾਬ ਤੋਂ ਬਾਹਰ ਨੇ, ਜਿਨ੍ਹਾਂ ਦੇ ਉੱਤੇ ਪੰਜਾਬ ਦਾ ਕੰਟਰੋਲ ਕੋਈ ਨਹੀਂ ਹੈ, SGPC ਦਾ ਕੰਟਰੋਲ ਨਹੀਂ ਹੈ, ਡਾਇਰੈਕਟ ਕੰਟਰੋਲ ਕੋਈ ਨਹੀਂ, ਇਨਡਾਇਰੈਕਟ ਮਾੜਾ ਮੋਟਾ ਹੋਵੇ। ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ, ਉੱਥੇ ਦਸਮ ਗ੍ਰੰਥ ਦਾ, ਜਿਹਨੂੰ ਇਹ ਦਸਮ ਗ੍ਰੰਥ ਕਹਿੰਦੇ ਨੇ, ਉਹਦਾ ਨਾਮ ਦਸਮ ਗ੍ਰੰਥ ਤੇ ਹੈ ਨਹੀਂ, ਬਚਿੱਤਰ ਨਾਟਕ ਉਸ ਕਿਤਾਬ ਦਾ ਨਾਂ ਹੈ। ਇੱਥੇ ਉਹ ਇੱਕ ਬੜੀ ਵੱਡੀ ਡਿਬੇਟ ਹੈ, ਉਹ ਅਲੱਗ ਪਲੇਟਫਾਰਮ 'ਤੇ ਕੀਤੀ ਜਾ ਸਕਦੀ ਹੈ, ਉਹਦੇ ਨਾਲ ਕੀਤੀ ਜਾ ਸਕਦੀ ਹੈ ਜਿਹੜਾ ਦਸਮ ਗ੍ਰੰਥ ਦਾ ਕੋਈ ਹਮਾਇਤੀ ਹੋਵੇ ਅਤੇ ਉਹਦੇ ਬਾਰੇ ਕੋਈ ਆਰਗੂਮੈਂਟ ਦੇ ਸਕੇ, ਉਹਦੇ ਲਈ ਵੀ ਆਪਾਂ ਤਿਆਰ ਹਾਂ, ਕੋਈ ਪ੍ਰੋਬਲਮ ਨਹੀਂ। ਲੇਕਿਨ ਇੱਕ ਸਮੂਹਿਕ ਤੌਰ 'ਤੇ ਇਹ ਫੈਸਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੈ ਕਿ ਮੇਰੇ ਬਾਅਦ ਗੁਰੂ ਜਿਹੜਾ ਤੁਹਾਡਾ ਗੁਰੂ ਗ੍ਰੰਥ ਸਾਹਿਬ ਹੋਏਗਾ, ਅਤੇ ਉਹਦੇ ਬਰਾਬਰ ਕਿਸੇ ਦਾ ਪ੍ਰਕਾਸ਼ ਕਰਨਾ, ਆ ਸਾਕੇ ਨੂੰ ਵਰਤ ਕੇ ਜਿਹੜਾ ਹੁਣ ਹੋਇਆ, ਦਸਮ ਆਪਣਾ ਸਰਬ ਲੋਕ ਗ੍ਰੰਥ ਨੂੰ ਮਾਨਤਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਉਸ ਤੋਂ ਵੱਡਾ ਅਪਮਾਨ ਹੈ। ਇਹ ਨਹੀਂ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਬਿਲਕੁਲ ਨਹੀਂ ਹੋਣਾ ਚਾਹੀਦਾ। ਔਰ ਇਹ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰ ਰਹੇ ਨੇ। ਉਸ ਲੁਕਣ ਦੀ ਕੋਸ਼ਿਸ਼ ਦੇ ਵਿੱਚ ਹੋਰ ਕਿਤਾਬਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਕਹੀ ਜਾਂਦੇ ਨੇ। ਬੇਅਦਬੀ ਹੋਈ ਨਹੀਂ ਸੀ, ਜੋ ਤੁਸੀਂ ਆਪਾਂ ਜੋ ਜ਼ਿਕਰ ਕਰ ਰਹੇ ਹਾਂ, ਬੇਅਦਬੀ ਹੋਈ ਨਹੀਂ ਸੀ, ਬੇਅਦਬੀ ਕਹਿੰਦੇ ਕਰਨ ਆਇਆ ਸੀ ਫੜ ਕੇ। ਜਿਵੇਂ ਤੁਸੀਂ ਕਹਿ ਰਹੇ ਹੋ ਵੀ ਹੋਰ ਵੀ ਪਤਾ ਕੀਤਾ ਜਾ ਸਕਦਾ ਸੀ ਵੀ ਤੁਹਾਨੂੰ ਭੇਜਿਆ ਕਿੰਨੇ, ਕਿਉਂ ਭੇਜਿਆ। ਇਹ ਸਵਾਲ ਹੁਣ ਮਿੱਟੀ ਪੈ ਗਈ ਸਵਾਲਾਂ ਦੇ ਉੱਤੇ, ਸਭ ਖਤਮ ਹੋ ਗਿਆ, ਕਿਉਂਕਿ ਇੱਕੋ ਐਵੀਡੈਂਸ ਸੀ, ਉਹ ਖਤਮ ਕਰਤਾ ਗਿਆ। ਹੁਣ ਦੂਜਾ ਐਵੀਡੈਂਸ ਕੁਦਰਤੀ ਨਿਕਲ ਆਇਆ, ਅਮਨ ਸਿੰਘ ਵਾਲਾ।
ਇਹਨਾਂ ਨੇ ਤੇ ਆਪਣੇ ਵੱਲੋਂ ਐਵੀਡੈਂਸ ਖਤਮ ਕਰਤਾ ਸੀ। ਇਹ ਸਵਾਲ ਨਿਕਲਿਆ ਕਿ ਕੱਢਿਆ ਗਿਆ? ਮੈਂ ਸਵਾਲ ਉਹੀ ਕਰ ਰਿਹਾ ਸੀ, ਆਇਆ ਕਿ ਤਸਵੀਰਾਂ ਕੱਢੀਆਂ ਗਈਆਂ ਵੀ ਇੱਕ ਸਵਾਲ ਹੈ। ਨਹੀਂ, ਇਹ ਤਾਂ ਦੇਖੋ ਕੋਈ ਇਹਦੇ ਬਾਰੇ ਉਹੀ ਦੱਸ ਸਕਦਾ ਜਿਹਨੇ ਕੀਤਾ ਹੋਵੇ, ਬਾਕੀ ਸਾਡੇ ਅੰਦਾਜ਼ੇ ਹੋ ਸਕਦੇ ਨੇ, ਉਹਨਾਂ ਅੰਦਾਜ਼ਿਆਂ ਦੇ ਵਿੱਚੋਂ ਕੁਝ ਨਹੀਂ ਨਿਕਲਦਾ। ਅੰਦਾਜ਼ਿਆਂ ਦਾ ਫਾਇਦਾ ਨਹੀਂ ਹੁੰਦਾ, ਜਿਹੜੀ ਗੱਲ ਆਥੈਂਟੀਕੇਟਡ ਹੋਵੇ ਉਹ ਗੱਲ ਹੀ ਕਰਨੀ ਚਾਹੀਦੀ ਹੈ। ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ ਨੇ ਉਹਨਾਂ ਦੀ ਆਥੈਂਟਿਸਿਟੀ ਬਾਰੇ ਮੈਂ ਜਿਹੜਾ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ। ਤੁਹਾਨੂੰ ਵੀ ਸਵਾਲ ਹੋ ਸਕਦੇ ਨੇ, ਇੰਟਰਵਿਊ ਕਰਦੇ ਆ ਵੀ ਤੁਸੀਂ ਇਦਾਂ ਬੋਲੇ, ਸਵਾਲ ਤਾਂ ਹੁੰਦੇ ਪਏ ਨੇ। ਜਿਹੜਾ ਬੋਲਦਾ ਨਿਹੰਗਾਂ ਦੇ ਉੱਤੇ ਜਾ ਕੇ ਤਾਂ ਸਵਾਲ ਕਰਦੇ ਨੇ ਵੀ ਕਿਉਂ ਸਵਾਲ ਕਰਦੇ ਹੋ, ਤੁਹਾਨੂੰ ਵੀ ਤਾਂ ਕਹਿਣਗੇ ਤੁਸੀਂ ਸਵਾਲ ਕਰਦੇ ਹੋ। ਕੁਝ ਦਿਨ ਪਹਿਲੇ ਨਿਊਜ਼ 18 ਤੇ ਮੇਰੀ ਇੱਕ ਇੰਟਰਵਿਊ ਸੀਗੀ, ਡਿਸਕਸ਼ਨਸ ਦੇ ਵਿੱਚ ਮੈਂ ਹਿੱਸਾ ਲਿਆ। ਉਹਦੇ ਬਾਅਦ ਕੱਲ ਸਵੇਰੇ ਮੈਨੂੰ ਕਿਸੇ ਦਾ ਟੈਲੀਫੋਨ ਆਇਆ ਕਿ ਜੀ ਤੁਸੀਂ ਕੱਲ ਰਾਤੀ ਇਹ ਗੱਲ ਕਹੀ ਹੈ। ਤੇ ਮੈਂ ਕਿਹਾ ਉਹ ਗੱਲ ਕੱਲ ਰਾਤ ਤੱਕ ਸੀ, ਉਦੋਂ ਤੱਕ ਇਹ ਟ੍ਰਿਬਿਊਨ ਦੇ ਵਿੱਚ ਫੋਟੋ ਨਹੀਂ ਸੀ ਛਪੀਆਂ, ਖਬਰ ਨਹੀਂ ਸੀ ਛਪੀ। ਕੱਲ ਤੇ ਅੱਜ ਦੇ ਹਾਲਾਤ ਬਦਲ ਚੁੱਕੇ ਨੇ। ਜਿਹੜੇ ਅੱਜ ਦੇ ਹਾਲਾਤ ਨੇ ਉਹਦੇ ਬਾਰੇ ਗੱਲ ਕਰਨੀ ਪਏਗੀ। ਹੁਣ ਤੁਸੀਂ ਕੱਲ ਦੀ ਮੇਰੇ ਉਹ ਰੈਫਰੈਂਸ ਦਿਓ, ਉਹ ਨਹੀਂ ਵੈਲਿਡ। ਅੱਜ ਦੇ ਹਾਲਾਤ 'ਚ ਗੱਲ ਕਰ ਰਹੇ ਹਾਂ, ਅੱਜ ਜੋ ਕੁਝ ਹੋ ਰਿਹਾ ਉਹਦੀ ਗੱਲ ਕਰ ਰਹੇ ਹਾਂ। ਅੱਜ ਸਾਡੇ ਸਾਹਮਣੇ ਬੜਾ ਵੱਡਾ ਸਵਾਲ ਪੈਦਾ ਹੋ ਗਿਆ ਕਿ ਕੀ, ਪਹਿਲਾਂ ਸਵਾਲ ਇਹ ਸੀ ਕਿ ਕੀ ਸਾਜ਼ਿਸ਼ ਅਧੀਨ ਉਹਨੂੰ ਭੇਜਿਆ ਗਿਆ ਬੇਅਦਬੀ ਕਰਨ ਵਾਸਤੇ। ਅੱਜ ਸਵਾਲ ਇਹ ਪੈਦਾ ਹੋ ਗਿਆ ਕਿ ਕੀ ਕਿਸਾਨ ਮੋਰਚੇ ਨੂੰ ਖਰਾਬ ਕਰਨ ਵਾਸਤੇ, ਖਤਮ ਕਰਾਉਣ ਦੇ ਵਾਸਤੇ, ਉੱਥੋਂ ਛਕਾਉਣ ਦੇ ਵਾਸਤੇ ਇਹ ਸਾਰੀ ਸਾਜ਼ਿਸ਼ ਕੀਤੀ ਕਿ ਵੀ ਬੰਦਾ ਮਾਰਤਾ ਜਾਏ। ਸਾਜ਼ਿਸ਼ ਹੀ ਲੱਗਦਾ ਤੁਹਾਨੂੰ ਕਿਸਾਨੀ ਮੋਰਚੇ ਲੈ ਕੇ? ਹਾਂ, ਅੱਜ ਤਾਂ ਸਵਾਲ ਜਿਹੜਾ ਇਹ ਵੱਡਾ ਆ ਗਿਆ ਸਾਡੇ ਸਾਹਮਣੇ। ਕਿਸਾਨ ਆਗੂ ਨੂੰ ਸਵਾਲ ਹੋਣੇ ਚਾਹੀਦੇ ਨੇ ਇਸ ਉੱਪਰ। ਕਿਸਾਨ ਆਗੂਆਂ ਦਾ ਇਹਦੇ ਵਿੱਚ ਕੀ ਰੋਲ ਹੈ? ਮੈਨੂੰ ਜਿੱਥੋਂ ਤੱਕ ਧਿਆਨ ਹੈ, ਮੇਰਾ ਖਿਆਲ ਹੈ ਕਿ ਮੋਰਚਾ ਸ਼ੁਰੂ ਹੋਏ ਨੂੰ ਮਹੀਨਾ 2 ਮਹੀਨੇ ਹੀ ਹੋਏ ਸੀ ਤੇ ਇੱਕ ਬੜੇ ਜ਼ਿੰਮੇਵਾਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਬਿਆਨ ਦਿੱਤਾ ਸੀ ਕਿ ਨਿਹੰਗ ਸਿੰਘ ਜਿਹੜੇ ਨੇ ਉਹ ਜੇ ਸਾਨੂੰ ਲੋੜ ਪਏਗੀ ਅਸੀਂ ਬੇਨਤੀ ਕਰ ਦਿਆਂਗੇ, ਉਹ ਇੱਥੇ ਇੱਕ ਤਾਂ ਬਾਬਾ ਜੀ ਦਾ ਪ੍ਰਕਾਸ਼ ਨਾ ਕਰਨ ਤੇ ਦੂਸਰਾ ਉਹ ਚਲੇ ਜਾਣ, ਕਿਸਾਨਾਂ ਦਾ ਮੋਰਚਾ ਕਿਸਾਨਾਂ ਦਾ ਰਹਿਣ ਦੇਣ। ਇਹਨਾਂ ਨੇ ਮੰਨਿਆ ਨਹੀਂ, ਉਹਨਾਂ ਦੇ ਖਿਲਾਫ ਬੜਾ ਬਿਆਨ ਦਿੱਤਾ ਗਿਆ। ਲੇਕਿਨ ਇੱਕ ਗੱਲ ਸਾਨੂੰ ਸਮਝਣੀ ਪਏਗੀ, ਇਹ ਧਾਰਮਿਕ ਲੜਾਈ ਨਹੀਂ ਹੋ ਰਹੀ, ਜਿਹਨੂੰ ਬਣਾਇਆ ਜਾ ਰਿਹਾ, ਬਣਾਇਆ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕਿਸਾਨਾਂ ਦੀ ਆਰਥਿਕ ਲੜਾਈ ਹੈ, ਕਿਸਾਨਾਂ ਦੀ ਆਰਥਿਕ ਲੜਾਈ ਹੈ ਔਰ ਉਸ ਲੜਾਈ ਦਾ ਅਸਰ ਸਾਡੇ ਸਾਰਿਆਂ 'ਤੇ ਹੈ। ਮੈਨੂੰ ਇਹ ਗੱਲ ਦਾ ਪਤਾ ਹੈ ਕਿ ਜੇ ਕਿਸਾਨ ਮੋਰਚਾ ਕਾਮਯਾਬ ਨਹੀਂ ਹੁੰਦਾ, ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਤੇ ਜਿਹੜਾ ਆਟਾ ਅੱਜ ਮੈਂ 28 ਰੁਪਏ ਕਿਲੋ ਲੈ ਕੇ ਖਾ ਰਿਹਾ ਨਾ, ਹੋ ਸਕਦਾ ਕੱਲ੍ਹ ਮੈਨੂੰ 228 ਰੁਪਏ ਲੈ ਕੇ ਖਾਣਾ ਪਵੇ। ਫਿਰ ਕੌਣ ਕਿਹੜੇ ਹੱਕ ਵਿੱਚ ਭੁਗਤ ਰਿਹਾ? ਨਹੀਂ, ਇਹ ਤਾਂ ਦੇਖੋ ਗੱਲ ਇਹ ਹੈ, ਆਪਣੇ ਆਪ ਨੂੰ ਕੋਈ ਇਹਨਾਂ ਦਾ ਲੀਡਰ ਉਧਰ ਵਿੱਚ ਭਾਈਵਾਲ ਨਹੀਂ। ਜਿਹੜੇ 32 ਕਿਸਾਨ ਜਥੇਬੰਦੀਆਂ ਅਗਵਾਈ ਕਰ ਰਹੀਆਂ ਨੇ ਇਹਨਾਂ ਦੇ ਵਿੱਚ ਕੋਈ ਭਾਈਵਾਲ ਨਹੀਂ। ਉਹਨਾਂ ਨੇ ਕੋਈ ਇਹਨਾਂ ਨੂੰ ਅਥਾਰਟੀ ਨਹੀਂ ਦਿੱਤੀ। ਜੇ ਅਮਨ ਸਿੰਘ ਉੱਥੇ ਗਿਆ ਤਾਂ ਆਪਣੇ ਤੌਰ ਤੇ ਗਿਆ, ਕੋਈ ਕਿਸਾਨਾਂ ਦੀ ਅਥਾਰਟੀ ਤੇ ਲੈ ਕੇ ਨਹੀਂ ਗਿਆ। ਹੁਣ ਉਹਨੂੰ ਡਬਲ ਗੱਲਾਂ ਕਰ ਰਿਹਾ। ਸਾਡੀਆਂ 5 ਮੰਗਾਂ ਨੇ ਜੀ, ਫਿਰ 3 ਗਿਣਾ ਦਿੰਦਾ। ਇੱਕ ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋ ਰਹੀ ਹੈ ਉਹਦੀ ਨਿਆਂ ਮਿਲੇ, ਤੇ ਦੂਜਾ ਕਿਸਾਨ ਮੋਰਚਾ, ਤੇ ਇੱਕ ਤੀਜਾ ਹੋਰ, 5 ਕਹਿ ਕੇ ਤੇ 2-3 ਦੇ ਉੱਤੇ ਉਹ ਜਿਹੜਾ ਉਹ ਸਿਮਟ ਜਾਂਦਾ। ਉਹ ਆਪਣੇ ਆਪ 'ਚ ਘਬਰਾਇਆ ਫਿਰਦਾ। ਜੋ ਕੁਝ ਉਹਨੇ ਸੋਚਿਆ ਨਹੀਂ ਸੀ ਇਹ ਸਾਹਮਣੇ ਦੁਨੀਆ ਦੇ ਜ਼ਾਹਰ ਹੋ ਜਾਣਾ, ਉਹ ਜ਼ਾਹਰ ਹੋ ਗਿਆ। ਤੁਸੀਂ, ਮੈਂ ਇੱਕ ਆਖਰੀ ਸਵਾਲ ਹੈ, ਜੋ ਗੱਲਬਾਤ ਕੀਤੀ ਹੈ ਇੰਟਰਵਿਊ ਤੁਹਾਡੀ, ਜਦੋਂ ਲੋਕ ਦੇਖਣਗੇ ਤਾਂ ਤੁਹਾਨੂੰ ਵੀ ਸਵਾਲ ਹੋਣਗੇ। ਕੋਈ ਕਹਿੰਦਾ ਮੈਂ ਤਾਂ ਚੈਲੰਜ ਕਰਨਾ, ਡਿਬੇਟ ਕਰੋ ਸਾਡੇ ਨਾਲ। ਜੋ ਤੁਸੀਂ ਸ਼ਬਦ ਕਹੇ ਨੇ ਜਾਂ ਗੱਲਬਾਤ ਕੀਤੀ ਹੈ, ਤੁਸੀਂ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਹੇ ਹੋ? ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਕੋਈ ਡਿਬੇਟ ਕਰਨਾ ਚਾਹੁੰਦਾ ਮੈਂ ਹਰ ਵੇਲੇ ਤਿਆਰ। ਕਿਸੇ ਵੀ ਸੋਸ਼ਲ ਪਲੇਟਫਾਰਮ ਦੇ ਉੱਤੇ, ਮੀਡੀਆ ਦੇ ਉੱਤੇ ਡਿਬੇਟ ਕਰ ਸਕਦਾ। ਮੈਂ ਅਕਾਲ ਪੁਰਖ ਦੇ ਭਾਣੇ 'ਚ ਰਹਿ ਕੇ, ਗੁਰੂ ਦੀ ਰਜ਼ਾ ਵਿੱਚ ਰਹਿ ਕੇ ਨਿਮਰਤਾ ਨਾਲ ਬੇਨਤੀ ਕਰ ਰਿਹਾ, ਮੈਂ ਜੋ ਕਿਹਾ ਆਪਣੇ ਵੱਲੋਂ ਬਿਲਕੁਲ ਅਥੈਂਟੀਕੇਟਡ ਗੱਲਾਂ ਕੀਤੀਆਂ ਨੇ, ਕੋਈ ਇੱਧਰ ਹਵਾਈ ਗੱਲਾਂ ਨਹੀਂ ਕੀਤੀਆਂ। ਤੇ ਜੇ ਕੋਈ ਇਹਦੇ ਬਾਰੇ ਕੋਈ ਵੀ ਗੱਲਬਾਤ ਡਿਬੇਟ ਕਰਨਾ ਚਾਹੁੰਦਾ, ਮੈਂ ਹਾਜ਼ਰ ਹਾਂ। ਤੁਸੀਂ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਰਜਿੰਦਰ ਸਿੰਘ ਖਾਲਸਾ ਪੰਚਾਇਤ ਇਹਨਾਂ ਦੀ ਮੌਜੂਦ ਹੈ। ਕਾਫੀ ਪਹਿਲਾਂ ਲੰਮਾ ਸਮਾਂ ਇਹ ਕੰਮ ਕਰਦੇ ਆਏ ਨੇ। ਤਾਂ ਹੁਣ ਸਵਾਲ ਇਹ ਖੜਾ ਹੁੰਦਾ ਕਿ ਕਿਸਾਨੀ ਮੋਰਚੇ ਵਿੱਚ ਜਿਸ ਤਰੀਕੇ ਨਾਲ ਨਿਹੰਗ ਉੱਥੇ ਬੈਠੇ ਸਨ, ਰਾਜੇਵਾਲ ਸਾਹਿਬ ਦਾ ਇੱਕ ਬਿਆਨ ਵੀ ਆ ਜਾਂਦਾ ਵੀ ਨਿਹੰਗ ਆਪਣੀ ਛਾਉਣੀ ਪਿੱਛੇ ਲੈ ਕੇ ਚਲੇ ਜਾਣ, ਇਹ ਧਾਰਮਿਕ ਮੁੱਦਾ ਨਹੀਂ, ਇਹ ਕਿਸਾਨਾਂ ਦਾ ਮੁੱਦਾ ਹੈ। ਤੇ ਕਿਸਾਨ ਵਿੱਚ ਕੋਈ ਵੀ ਧਰਮ ਨਹੀਂ ਹੈ, ਕਿਉਂਕਿ ਸਾਰੇ ਹੀ ਵਿਅਕਤੀ ਉੱਥੇ ਅਲੱਗ-ਅਲੱਗ ਤਰੀਕੇ ਨਾਲ ਬੈਠੇ ਹੋਏ ਸਨ। ਜਦੋਂ ਸਾਰੇ ਹੀ ਜਾਤਾਂ ਦੇ ਵਿਅਕਤੀ ਆ ਜਾਂਦੇ ਨੇ ਨਾ, ਫਿਰ ਇਹ ਕੋਈ ਕਿਸਾਨੀ ਮੋਰਚਾ ਬਣ ਜਾਂਦਾ। ਤਾਂ ਦੂਸਰੇ ਪਾਸੇ ਵੀ ਚਰਚਾ ਛਿੜੀ ਹੋਈ ਸੀ ਕਿ ਨਿਹੰਗਾਂ ਦੀ ਤਸਵੀਰਾਂ ਵਾਇਰਲ ਹੁੰਦੀਆਂ ਨੇ, ਉਸ ਤੋਂ ਬਾਅਦ ਸਵਾਲ ਉੱਠਣੇ ਖੜੇ ਹੋ ਜਾਂਦੇ ਨੇ, ਬੀਜੇਪੀ ਦੀ ਲੀਡਰ ਤੱਕ ਨਿਹੰਗ ਨੇ ਪਹੁੰਚ ਕਿਵੇਂ ਕਰ ਲਈ? ਅਮਨ ਸਿੰਘ ਦਾ ਜੋ ਜ਼ਿਕਰ ਆਉਂਦਾ, ਫਿਰ ਉਹਨਾਂ ਨੇ ਵੀ ਸਪਸ਼ਟੀਕਰਨ ਦਿੱਤਾ, ਅਲੱਗ-ਅਲੱਗ ਇੰਟਰਵਿਊਜ਼ ਕੀਤੀਆਂ ਚੈਨਲ ਦੇ ਉੱਤੇ। ਹੁਣ ਆਉਣ ਵਾਲੇ ਸਮੇਂ ਵਿੱਚ ਕੀ ਇਸ ਚੀਜ਼ ਨੂੰ ਪਤਾ ਲੱਗ ਜੂਗਾ ਜੋ ਵਿਅਕਤੀ ਉੱਥੇ ਗਿਆ ਸੀ, ਜਾ ਕੇ ਜਿਹਨੇ ਬੇਅਦਬੀ ਕੀਤੀ, ਉਹ ਕਿਸ ਨੇ ਭੇਜਿਆ ਸੀ, ਉਹ ਕਿਉਂ ਗਿਆ ਸੀ? ਕਿਉਂਕਿ ਉਸ ਦੀ ਮੌਤ ਹੋ ਚੁੱਕੀ ਹੈ। ਸ਼ਾਇਦ ਜੇ ਕਿਤੇ ਉਹ ਜਿੰਦਾ ਹੁੰਦਾ
ਤਾਂ ਅੱਜ ਪਤਾ ਲਗਾਇਆ ਜਾ ਸਕਦਾ ਸੀ ਕਿਸ ਨੇ ਭੇਜਿਆ ਤੇ ਕਿਸ ਦਾ ਪਲਾਨ ਸੀ। ਪਰ ਉਸ ਦੀ ਮੌਤ ਦੇ ਨਾਲ ਸਾਰੇ ਹੀ ਜਿਹੜੇ ਸਵਾਲ ਨੇ ਉਹ ਦਫਨ ਹੋ ਕੇ ਰਹਿ ਗਏ ਨੇ।